सत श्री अकाल स्टूडेंट्स। इलैक्ट्रिकल पावर 2 ਦੇ ਵਿੱਚ ਅੱਜ ਜਿਹੜਾ ਆਪਾਂ ਚੈਪਟਰ ਸਟਾਰਟ ਕਰਨਾ ਪ੍ਰੋਟੈਕਸ਼ਨ ਡਿਵਾਈਸ ਨਾਮ ਆ ਉਹਦਾ। ਲਾਸਟ ਟਾਈਮ ਆਪਾਂ ਸਵਿਚ ਗੇਅਰ ਵਾਲਾ ਚੈਪਟਰ ਸਟੱਡੀ ਕੀਤਾ ਸੀ, ਜਿਹਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਰਕਟ ਬ੍ਰੇਕਰ ਸੀ ਜਾਂ MCB ELCB ਜਿਹੜੇ ਸੀਗੇ ਉਹ ਸਟੱਡੀ ਕੀਤੇ ਸੀ। ਇਸ ਤੋਂ ਇਲਾਵਾ ਸਬ ਸਟੇਸ਼ਨ ਵੀ ਸਟੱਡੀ ਕੀਤੇ ਸੀ ਆਪਾਂ ਉਹਦੇ ਵਿੱਚ। ਸੋ ਪ੍ਰੋਟੈਕਸ਼ਨ ਡਿਵਾਈਸਿਸ ਉਹ ਡਿਵਾਈਸਿਸ ਜਿਨ੍ਹਾਂ ਨਾਲ ਆਪਾਂ ਆਪਣੇ ਸਿਸਟਮ ਨੂੰ ਜਾਂ ਸਰਕਟ ਨੂੰ ਪ੍ਰੋਟੈਕਟ ਕਰਦੇ ਹਾਂ, ਉਹ ਸਾਰੀਆਂ ਪ੍ਰੋਟੈਕਸ਼ਨ ਡਿਵਾਈਸਿਸ ਹੁੰਦੀਆਂ। ਕਿਸੇ ਵੀ ਅਬਨੋਰਮਲ ਕੰਡੀਸ਼ਨ ਤੋਂ ਆਪਾਂ ਪ੍ਰੋਟੈਕਟ ਕਰਦੇ ਹਾਂ, ਫਾਲਟੀ ਕੰਡੀਸ਼ਨ ਤੋਂ ਪ੍ਰੋਟੈਕਟ ਕਰਦੇ ਹਾਂ। ਸੋ ਉਹ ਆਪਾਂ ਜਿਹੜੀਆਂ ਡਿਵਾਈਸਿਸ ਆ ਮੇਨ ਸਟੱਡੀ ਕਰਨੀਆਂ। ਸਭ ਤੋਂ ਮੇਨ ਡਿਵਾਈਸ ਇਹਦੇ ਵਿੱਚ ਫਿਊਜ਼ ਹੁੰਦੀ ਆ ਆਪਣੀ, ਉਸ ਤੋਂ ਬਾਅਦ ਫਿਰ ਰਿਲੇਜ਼ ਆ ਜਾਂਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ। ਸੋ ਸਾਰੀਆਂ ਆਪਾਂ ਇਸ ਜਿਹੜਾ ਚੈਪਟਰ ਆ ਇਹਦੇ ਵਿੱਚ ਆਪਾਂ ਸਟੱਡੀ ਕਰਨੀਆਂ। ਸੋ ਸਟਾਰਟ ਕਰਦੇ ਹਾਂ ਆਪਾਂ ਚੈਪਟਰ ਨੂੰ। ਸੋ ਸਭ ਤੋਂ ਪਹਿਲਾਂ ਕੋਈ ਵੀ ਆਪਣੇ ਕੋਲ ਇੱਕ ਵਧੀਆ ਪ੍ਰੋਟੈਕਟਿਵ ਗੇਅਰ ਆ ਜਿਹੜਾ, ਜਾਂ ਵਧੀਆ ਪ੍ਰੋਟੈਕਟਿਵ ਡਿਵਾਈਸ ਆ ਜਿਹੜੀ ਜਿਹਨੂੰ ਆਪਾਂ ਸਰਕਟ 'ਚ ਯੂਜ਼ ਕਰ ਰਹੇ ਹਾਂ, ਉਹਦੇ ਕੀ ਫੀਚਰ ਹੋਣੇ ਚਾਹੀਦੇ, ਉਹਦੀਆਂ ਕੀ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ, ਉਹ ਆਪਾਂ ਸਟੱਡੀ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਕੋਲ ਪੁਆਇੰਟ ਆ ਜਾਂਦਾ ਸਿਲੈਕਟਿਵਿਟੀ। ਸਿਲੈਕਟਿਵਿਟੀ ਦਾ ਮਤਲਬ ਆ ਕਿ ਜਿਹੜਾ ਵੀ ਮੈਂ ਆਪਣੇ ਪ੍ਰੋਟੈਕਸ਼ਨ ਡਿਵਾਈਸ ਲਗਾਈ ਹੋਈ ਆ, ਉਹਦਾ ਜਿਹੜੀ ਸਿਲੈਕਸ਼ਨ ਆ ਫਾਲਟ ਦੀ, ਉਹ ਜਿਹੜੀ ਆ ਅੱਛੀ ਹੋਣੀ ਚਾਹੀਦੀ ਆ। ਯਾਨੀ ਕਿ ਸਹੀ ਫਾਲਟ ਨੂੰ ਜਿਹੜਾ ਸਹੀ ਫਾਲਟ ਕਰੰਟ ਨੂੰ ਡਿਟੈਕਟ ਕਰ ਲਵੇ, ਉਹ ਉਸ ਤਰੀਕੇ ਦੇ ਨਾਲ ਸਿਲੈਕਟਿਵਿਟੀ ਹੋਣੀ ਚਾਹੀਦੀ ਆ ਉਹਦੀ। ਲਾਈਕ ਮੰਨ ਲਓ ਹੁਣ ਮੇਰਾ ਫਿਊਜ਼ ਆ, ਕਿਸੇ ਵੀ ਸਰਕਟ 'ਚ ਮੈਂ ਫਿਊਜ਼ ਲਗਾਇਆ ਆ, ਠੀਕ ਆ। ਮੇਰੀ ਉੱਥੇ ਸਰਕਟ ਦੀ ਜਿਹੜੀ ਕਪੈਸਿਟੀ ਆ ਉਹ ਇਹ ਆ ਕਿ 10 ਐਂਪੀਅਰ ਕਰੰਟ ਜੇ ਉਹ ਚੱਕ ਰਿਹਾ ਤਾਂ ਸਹੀ ਆ, ਜੇ 15 ਐਂਪੀਅਰ ਕਰੰਟ ਚੱਕ ਰਿਹਾ ਤਾਂ ਉਹ ਕੀ ਆ, ਸਰਕਟ ਨੂੰ ਨੁਕਸਾਨ ਪਹੁੰਚ ਸਕਦਾ। ਸੋ ਮੇਰੀ ਨੀਡ ਆ ਕਿ 15 ਐਂਪੀਅਰ ਦੇ ਉੱਪਰ ਕੀ ਆ, ਮੇਰਾ ਜਿਹੜਾ ਫਿਊਜ਼ ਆ ਉਹ ਮੈਲਟ ਹੋ ਜਾਵੇ। ਸੋ ਉਹ ਹੁਣ ਫਿਊਜ਼ ਜਿਹੜਾ ਉਹ ਇੱਦਾਂ ਦਾ ਹੋਣਾ ਚਾਹੀਦਾ, ਆਪਾਂ ਨੂੰ ਉਸ ਰੇਟਿੰਗ ਦਾ ਲਾਈਏ ਕਿ ਸਹੀ ਫਾਲਟ ਨੂੰ ਜਿਹੜਾ ਆ ਉਹ ਸਿਲੈਕਟ ਕਰ ਲਵੇ। ਸਹੀ ਫਾਲਟ ਨੂੰ ਸਿਲੈਕਟ ਕਰਨ ਦਾ ਮਤਲਬ ਆ ਕਿ ਸਹੀ ਫਾਲਟ ਦੇ ਉੱਪਰ ਉਹ ਜਿਹੜਾ ਫਿਊਜ਼ ਆ ਉਹ ਮੈਲਟ ਹੋ ਜਾਵੇ। ਸੋ ਜੇ 10 ਐਂਪੀਅਰ ਨੋਰਮਲ ਆ, 15 ਐਂਪੀਅਰ 'ਤੇ ਉਹ ਜਿਹੜਾ ਮੈਲਟ ਕਰਨਾ ਚਾਹੀਦਾ, ਤਾਂ ਸਿਲੈਕਟਿਵਿਟੀ ਫਿਊਜ਼ ਦੀ ਸਹੀ ਹੋਣੀ ਚਾਹੀਦੀ ਹੈ ਕਿ 15 ਐਂਪੀਅਰ ਜਦੋਂ ਆਵੇ ਨਾਲ ਹੀ ਮੈਲਟ ਹੋ ਜਾਵੇ। ਯਾਨੀ ਕਿ ਉਹਨੇ ਸਿਲੈਕਟ ਕਰ ਲਿਆ ਵੀ ਹਾਂ ਵੀ ਇੰਨਾ ਫਾਲਟ ਜਿਹੜਾ ਇਹ ਮੇਰਾ ਜਿਹੜਾ ਸਰਕਟ ਆ ਉਹਦੇ ਵਾਸਤੇ ਗਲਤ ਆ, ਅਤੇ ਉਹ ਕੀ ਆ ਆਪਰੇਟ ਹੋ ਜਾਵੇ ਪ੍ਰੋਟੈਕਟਿਵ ਡਿਵਾਈਸ, ਜਾਂ ਫਿਰ ਮੈਲਟ ਹੋ ਜਾਵੇ ਫਿਊਜ਼। ਨੈਕਸਟ ਮੇਰੇ ਕੋਲ ਸੈਕਿੰਡ ਪੁਆਇੰਟ ਆ ਜਾਂਦਾ ਸੈਂਸਿਟੀਵਿਟੀ। ਹੁਣ ਸੈਂਸਿਟੀਵਿਟੀ ਕੀ ਆ ਵੀ ਸੈਂਸਿਟਿਵ ਹੋਣੀ ਚਾਹੀਦੀ ਜਿਹੜੀ ਵੀ ਡਿਵਾਈਸ ਲਾਈ ਆ, ਚਾਹੇ ਉਹ ਰਿਲੇ ਆ ਚਾਹੇ ਉਹ ਫਿਊਜ਼ ਆ। ਜਦੋਂ ਵੀ ਫਾਲਟ ਆਵੇ ਤਾਂ ਉਹ ਕੀ ਆ, ਜਲਦੀ ਤੋਂ ਜਲਦੀ ਫਾਲਟ ਨੂੰ ਸੈਂਸ ਕਰਕੇ ਅਤੇ ਅੱਗੇ ਜਿਹੜਾ ਮੇਰਾ ਸਰਕਟ ਆ ਉਹਨੂੰ ਟ੍ਰਿਪ ਕਰ ਦੇ। ਮੰਨ ਲਓ ਰਿਲੇ ਲਗਾਈ ਹੋਈ ਆ ਮੈਂ ਸਰਕਟ 'ਚ, ਅੱਗੇ ਕੋਈ ਫਾਲਟ ਆ, ਰਿਲੇ ਦਾ ਕੰਮ ਇਹੀ ਹੁੰਦਾ ਕਿ ਰਿਲੇ ਨੇ ਸੈਂਸ ਕਰਨਾ ਹੁੰਦਾ, ਫਾਲਟ ਨੂੰ ਸੈਂਸ ਕਰਕੇ ਟ੍ਰਿਪ ਸਿਗਨਲ ਨੂੰ ਸਰਕਟ ਦੇ ਦੇਣਾ ਹੁੰਦਾ। ਰਿਲੇ ਖੁਦ ਨਹੀਂ ਟ੍ਰਿਪ ਕਰਦੀ, ਰਿਲੇ ਜਿਹੜੀ ਆ ਟ੍ਰਿਪ ਸਰਕਟ ਨੂੰ ਸਿਗਨਲ ਦਿੰਦੀ ਹੈ ਅੱਗੇ। ਸੋ ਸੈਂਸਿਟੀਵਿਟੀ ਰਿਲੇ ਦੀ ਜ਼ਿਆਦਾ ਹੋਊਗੀ ਤਾਂ ਹੀ ਉਹ ਈਜ਼ੀਲੀ ਜਾਂ ਤੇਜ਼ ਜਿਹੜਾ ਆ ਜਿਹੜਾ ਹੈਗਾ ਆਪਣੇ ਕੋਲ ਸਿਗਨਲ ਜਿਹੜਾ ਆ ਉਹ ਜਲਦੀ ਅੱਗੇ ਕੀ ਆ ਡਿਲੀਵਰ ਕਰੂਗੀ। ਸੋ ਸੈਂਸਿਟੀਵਿਟੀ ਜਿਹੜੀ ਇੱਕ ਪ੍ਰੋਟੈਕਟਿਵ ਗੇਅਰ ਦੀ ਜ਼ਿਆਦਾ ਹੋਣੀ ਚਾਹੀਦੀ ਹੈ ਤਾਂ ਕਿ ਉਹ ਜਲਦੀ ਤੋਂ ਜਲਦੀ ਅਤੇ ਈਜ਼ੀਲੀ ਫਾਲਟ ਨੂੰ ਜਿਹੜਾ ਸੈਂਸ ਕਰ ਸਕੇ। ਨੈਕਸਟ ਆਉਂਦਾ ਰਿਲਾਇਬਿਲਿਟੀ। ਜਿਹੜਾ ਵੀ ਮੈਂ ਡਿਵਾਈਸ ਲਗਾ ਰਿਹਾ ਉਹ ਰਿਲਾਇਬਲ ਹੋਣੀ ਚਾਹੀਦੀ ਆ, ਯਾਨੀ ਕਿ ਲਾਈਫ ਉਹਦੀ ਅੱਛੀ ਹੋਵੇ, ਸਹੀ ਤਰੀਕੇ ਦੇ ਨਾਲ ਕੰਮ ਕਰੇ। ਇਹ ਨਾ ਹੋਵੇ ਵੀ ਕੁਛ ਓਪਰੇਸ਼ਨਸ ਤੋਂ ਬਾਅਦ ਕੀ ਆ ਉਹਦੀ ਜਿਹੜੇ ਵਰਕਿੰਗ ਆ ਉੱਤੇ ਫਰਕ ਪੈਣਾ ਸਟਾਰਟ ਹੋ ਜਾਵੇ, ਜਾਂ ਜਿਹੜੀ ਉਹਦੀ ਵਰਕਿੰਗ ਆ ਉਹ ਖਰਾਬ ਹੋਣੀ ਸਟਾਰਟ ਹੋ ਜਾਵੇ। ਇੱਦਾਂ ਨਾ ਹੋਵੇ, ਅੱਛੀ ਰਿਲਾਇਬਿਲਿਟੀ ਹੋਵੇ, ਰਿਲਾਇਬਲ ਹੋਵੇ ਜਿਹੜਾ ਵੀ ਪ੍ਰੋਟੈਕਟਿਵ ਗੇਅਰ ਜਾਂ ਪ੍ਰੋਟੈਕਟਿਵ ਡਿਵਾਈਸ, ਚਾਹੇ ਫਿਊਜ਼ ਆ ਚਾਹੇ ਰਿਲੇ ਆ, ਮੈਂ ਯੂਜ਼ ਕਰ ਰਿਹਾ। ਨੈਕਸਟ ਆਉਂਦਾ ਕੁਇਕਨੈਸ ਔਰ ਸਪੀਡ। ਸੋ ਇਹ ਸੈਂਸਿਟੀਵਿਟੀ ਨਾਲ ਰਿਲੇਟਡ ਹੀ ਆ ਕਿ ਜਿਹੜਾ ਵੀ ਆਪਣੇ ਕੋਲ ਪ੍ਰੋਟੈਕਟਿਵ ਡਿਵਾਈਸ ਆਪਾਂ ਸਰਕਟ 'ਚ ਲਾ ਰਹੇ ਹਾਂ, ਉਹਦੀ ਜਿਹੜੀ ਸਪੀਡ ਆ ਜਾਂ ਉਹਦੀ ਜਿਹੜਾ ਓਪਰੇਸ਼ਨ ਆ ਉਹ ਕੁਇੱਕ ਹੋਣਾ ਚਾਹੀਦਾ। ਸਪੀਡ ਜ਼ਿਆਦਾ ਹੋਣੀ ਚਾਹੀਦੀ, ਓਪਰੇਸ਼ਨ ਕੁਇੱਕ ਹੋਣਾ ਚਾਹੀਦਾ, ਤਾਂ ਕਿ ਜਲਦੀ ਤੋਂ ਜਲਦੀ ਜਿਹੜਾ ਮੇਰਾ ਫਾਲਟ ਆ ਉਹ ਕਲੀਅਰ ਹੋ ਜਾਵੇ ਅਤੇ ਉਹ ਫਾਲਟ ਨੂੰ ਕੀ ਆ ਖ਼ਤਮ ਕਰ ਦਈਏ ਆਪਾਂ ਈਜ਼ੀ ਵੇ ਦੇ ਨਾਲ ਅਤੇ ਤੇਜ਼ ਤੋਂ ਤੇਜ਼ ਤਰੀਕੇ ਦੇ ਨਾਲ। ਸੋ ਕੁਇਕਨੈਸ ਔਰ ਸਪੀਡ ਜਿਹੜਾ ਸੀਗਾ ਇਹ ਪੁਆਇੰਟ ਸੀਗਾ। ਨੈਕਸਟ ਆਉਂਦਾ ਨੋਨ ਇੰਟਰਫੇਰੈਂਸ ਵਿਦ ਫਿਊਚਰ ਐਕਸਪੈਂਸ਼ਨ। ਯਾਨੀ ਕਿ ਜੇ ਫਿਊਚਰ 'ਚ ਮੈਂ ਆਪਣੇ ਐਕਸਪੈਂਡ ਕਰਨਾ ਸਿਸਟਮ ਨੂੰ, ਮੰਨ ਲਓ ਰਿਲੇ ਆ ਇੱਕ ਲੱਗੀ ਹੋਈ ਆ, ਮੈਂ ਇੱਕ ਹੋਰ ਲਗਾਉਣੀ ਆ, ਫਿਊਜ਼ ਆ ਇੱਕ ਲੱਗਾ ਇੱਕ ਹੋਰ ਲਗਾਉਣਾ, ਤਾਂ ਜਿਹੜਾ ਕਰੰਟ ਮੇਰੇ ਕੋਲ ਪ੍ਰੋਟੈਕਸ਼ਨ ਸਿਸਟਮ ਜਾਂ ਪ੍ਰੋਟੈਕਟਿਵ ਡਿਵਾਈਸ ਆ ਉਹਦੇ ਉੱਪਰ ਕੋਈ ਵੀ ਇਫੈਕਟ ਨਾ ਕਰੇ, ਠੀਕ ਆ। ਸੋ ਨੋਨ ਇੰਟਰਫੇਰੈਂਸ ਵਿਦ ਫਿਊਚਰ ਐਕਸਪੈਂਸ਼ਨ, ਯਾਨੀ ਕਿ ਜੇ ਫਿਊਚਰ 'ਚ ਮੈਂ ਐਕਸਪੈਂਡ ਕਰ ਰਿਹਾ ਆਪਣੇ ਸਿਸਟਮ ਨੂੰ ਤਾਂ ਉਹਦੇ ਉੱਪਰ ਕੋਈ ਇਫੈਕਟ ਨਾ ਹੋਵੇ ਪੁਰਾਣੇ ਸਿਸਟਮ ਦਾ। ਨੈਕਸਟ ਹੈਗਾ ਸਿੰਪਲੀਸਿਟੀ। ਸੋ ਸਿੰਪਲੀਸਿਟੀ ਕੀ ਹੈ, ਸਿੰਪਲ ਟੂ ਆਪਰੇਟ ਹੋਣੀ ਚਾਹੀਦੀ। ਇਹ ਨਾ ਹੋਵੇ ਕਿ ਜਿਹੜੀ ਮੇਰੀ ਰਿਲੇ ਸਰਕਟ 'ਚ ਲਗਾਈ ਆ ਜਾਂ ਫਿਊਜ਼ ਲਾਇਆ ਆ ਉਹ ਕੀ ਆ ਬਹੁਤ ਜ਼ਿਆਦਾ ਕੰਪਲੀਕੇਟਡ ਹੋਵੇ, ਉਹਨੂੰ ਸਮਝਣ 'ਚ ਪ੍ਰੋਬਲਮ ਹੋਵੇ, ਮੌਕੇ 'ਤੇ ਜੇ ਮੈਨੂੰ ਮੈਨੂਅਲੀ ਆਪਰੇਟ ਕਰਨਾ ਪਵੇ ਤਾਂ ਮੈਂ ਉਹਨੂੰ ਕਰ ਹੀ ਨਾ ਸਕਾਂ। ਇਸ ਕਰਕੇ ਸਿੰਪਲੀਸਿਟੀ ਵੀ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਆ ਕਿ ਸਿੰਪਲ ਹੋਣੀ ਚਾਹੀਦੀ ਉਹਦੀ ਕੰਸਟਰਕਸ਼ਨ ਵੀ ਅਤੇ ਵਰਕਿੰਗ ਵੀ। ਨੈਕਸਟ ਆਉਂਦਾ ਇਕੋਨੋਮੀ, ਯਾਨੀ ਇਕੋਨੋਮੀਕਲ ਹੋਣੀ ਚਾਹੀਦੀ ਹੈ, ਕੋਸਟ ਵੀ ਘੱਟ ਹੋਣੀ ਚਾਹੀਦੀ ਆ ਉਹਦੀ, ਤਾਂ ਕਿ ਈਜ਼ੀਲੀ ਉਹਨੂੰ ਕੀ ਆ ਬਾਏ ਕਰਕੇ ਆਪਾਂ ਸਰਕਟ ਦੇ ਵਿੱਚ ਯੂਜ਼ ਕਰ ਸਕੀਏ। ਕਿਉਂਕਿ ਜੇ ਕੋਸਟ ਜ਼ਿਆਦਾ ਹੋਊਗੀ ਤਾਂ ਓਵਰਆਲ ਜਿਹੜਾ ਸਿਸਟਮ ਉਹਦੀ ਕੋਸਟ ਵੀ ਇਨਕਰੀਜ਼ ਹੋ ਜਾਣੀ ਆ। ਸੋ ਕੋਸਟ ਵੀ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੁੰਦਾ
इस करके इकोनॉमिक होना चाहिए जिहड़ा भी मैं इक्विपमेंट लगा रहा, एक कॉस्ट उसकी घट होनी चाहिए। सो सब तो फस्ट जो आप स्टडी करना सब तो इंपॉर्टेंट भी है फ्यूज़, ये एग्जाम पॉइंट ऑफ व्यू तो भी इंपॉर्टेंट आ। तुसीं पहला पढ़िया भी होया फ्यूज़, तुहानूं पढ़ाया भी होया मैं इलैक्ट्रिकल पावर 1 दे विच भी पढ़ाया होया, एस्टिमेटिंग एंड कॉस्टिंग दे विच भी तुहानूं स्टडी करवाया होया। सो फ्यूज़ की डेफिनेशन की हुंदी है? फ्यूज़ इज़ अ शॉर्ट पीस ऑफ मैटल वायर इंसर्टेड इन सीरीज़ विद द सर्किट विच मेल्ट्स when predetermined value of current flows through it and break the circuit is called fuse। so एक ਜਿਹੜਾ ਫਿਊਜ਼ ਹੁੰਦਾ ਨਾ ਮੈਟਲ ਦਾ ਸ਼ਾਰਟ ਪੀਸ ਹੁੰਦਾ ਜਿਹਨੂੰ ਹਮੇਸ਼ਾ ਆਪਾਂ ਕੀ ਆ ਸਰਕਟ ਦੇ ਵਿੱਚ ਸੀਰੀਜ਼ ਦੇ ਵਿੱਚ ਲਗਾਉਂਦੇ ਆ, ਤੇ ਜਦੋਂ ਵੀ ਕਰੰਟ ਦੀ ਵੈਲਿਊ ਨਾਰਮਲ ਵੈਲਿਊ ਤੋਂ ਜ਼ਿਆਦਾ ਹੋ ਜਾਂਦੀ ਹੈ ਜਾਂ ਪ੍ਰੀ ਡਿਟਰਮਾਈਨਡ ਵੈਲਿਊ ਤੋਂ ਜ਼ਿਆਦਾ ਹੋ ਜਾਂਦੀ ਆ ਤਾਂ ਉਦੋਂ ਕੀ ਹੁੰਦਾ, ਜਿਹੜਾ ਫਿਊਜ਼ ਹੁੰਦਾ ਇਹ ਮੈਲਟ ਹੋ ਜਾਂਦਾ। ਠੀਕ ਹੈ, ਫਿਊਜ਼ ਕੀ ਹੁੰਦਾ, ਮੈਲਟ ਹੋ ਜਾਂਦਾ। ਸੋ ਇਹੀ ਆਪਣਾ ਜਿੱਦਾਂ ਦੇਖੋ ਆ ਜਿਹੜਾ ਆਪਣਾ ਫਿਗਰ ਸ਼ੋ ਕੀਤੀ ਇੱਥੇ ਆਪਾਂ ਫਿਊਜ਼ ਨੂੰ ਸ਼ੋ ਵੀ ਕੀਤਾ ਹੈ। ਇਹਦਾ ਜਿਹੜਾ ਸਿੰਬਲ ਹੁੰਦਾ ਫਿਊਜ਼ ਦਾ ਆਹ ਹੁੰਦਾ ਹੈ, ਯਾਦ ਰੱਖਿਓ। ਸੋ ਫਿਊਜ਼ ਜਿਹੜਾ ਹੁੰਦਾ ਸਰਕਟ ਦੇ ਵਿੱਚ ਹਮੇਸ਼ਾ ਸੀਰੀਜ਼ 'ਚ ਲੱਗਦਾ, ਦੇਖੋ ਸੀਰੀਜ਼ ਦੇ ਵਿੱਚ ਲੱਗਾ ਹੋਇਆ। ਸੋ ਇਸ ਕਰਕੇ ਜੇ ਸੀਰੀਜ਼ 'ਚ ਲੱਗਦਾ ਤਾਂ ਓਬਵੀਅਸਲੀ ਕਲਰ ਰੈਜ਼ਿਸਟੈਂਸ ਇਹਦੀ ਘੱਟ ਹੋਣੀ ਚਾਹੀਦੀ, ਕਿਉਂਕਿ ਜੇ ਫਿਊਜ਼ ਰੈਜ਼ਿਸਟੈਂਸ ਜ਼ਿਆਦਾ ਹੋ ਗਈ ਤਾਂ ਇਹਨੇ ਕੀ ਆ ਕਰੰਟ ਨੂੰ ਅੱਗੇ ਜਾਣ ਤੋਂ ਰੋਕਣਾ ਤੇ ਲੋਡ ਪਊਗਾ ਵਾਇਰ ਦੇ ਉੱਪਰ, ਜਿਹਦੇ ਕਰਕੇ ਫਿਊਜ਼ ਦੀ ਜਿਹੜੀ ਵਰਕਿੰਗ ਆ ਉਹ ਇਫੈਕਟ ਹੋਊਗੀ। ਸੋ ਇਸ ਕਰਕੇ ਰੈਜ਼ਿਸਟੈਂਸ ਘੱਟ ਹੋਣੀ ਚਾਹੀਦੀ ਹੈ ਫਿਊਜ਼ ਦੀ। ਲੱਗਦਾ ਕਿੱਥੇ ਹੁੰਦਾ, ਸੀਰੀਜ਼ 'ਚ ਲੱਗਦਾ। ਛੋਟਾ ਟੁਕੜਾ ਹੁੰਦਾ ਵਾਇਰ ਦਾ, ਸ਼ਾਰਟ ਪੀਸ ਆਫ ਮੈਟਲ ਵਾਇਰ ਲਿਖਿਆ ਵੀ ਹੋਇਆ, ਛੋਟਾ ਟੁਕੜਾ ਹੁੰਦਾ ਇਹ ਵਾਇਰ ਦਾ ਜਿਹੜਾ ਸੀਰੀਜ਼ 'ਚ ਲੱਗਦਾ। ਤੇ ਆ ਦੇਖੋ ਹੁਣ ਇੱਥੇ ਮੇਰੇ ਕੋਲ ਆ ਫੇਸ ਆ ਨਿਊਟਰਲ, ਸੋ ਸੀਰੀਜ਼ ਦੇ ਵਿੱਚ ਲੱਗਾ, ਫੇਸ ਦੇ ਵਿੱਚ ਹੀ ਲੱਗਾ ਨਾ, ਸੀਰੀਜ਼ 'ਚ ਲੱਗਾ, ਸਵਿਚ ਲੋਡ ਆ, ਅੱਗੇ ਨਿਊਟਰਲ ਲਿੰਕ ਲਗਾਇਆ ਹੋਇਆ ਆਪਾਂ। ਸੋ ਇਹ ਹੁੰਦਾ ਮੇਰੇ ਕੋਲ ਫਿਊਜ਼। ਸੋ ਟਾਈਮ ਕਰੰਟ ਕਰੈਕਟਰਿਸਟਿਕਸ ਦੀ ਜੇ ਆਪਾਂ ਗੱਲ ਕਰੀਏ, ਟਾਈਮ ਕਰੰਟ ਕਰੈਕਟਰਿਸਟਿਕਸ ਕੀ ਹੁੰਦੀਆਂ, ਉਹ ਗ੍ਰਾਫ ਜਿਹੜਾ ਆਪਾਂ ਟਾਈਮ ਤੇ ਕਰੰਟ ਦੇ ਵਿੱਚ ਜਿਹੜਾ ਆਪਾਂ ਡਰੋ ਕਰਦੇ ਹਾਂ। ਠੀਕ ਆ, ਸੋ ਜਿਹੜਾ ਮੇਰਾ ਫਿਊਜ਼ ਦਾ ਜਿਹੜਾ ਆ ਮੈਲਟ ਹੋਣ ਦਾ ਟਾਈਮ ਆ ਉਹ ਇਹਦੀਆਂ ਕਰੈਕਟਰਿਸਟਿਕਸ 'ਤੇ ਡਿਪੈਂਡ ਕਰਦਾ ਆ। ਠੀਕ ਆ, ਸੋ ਯਾਦ ਰੱਖਿਓ ਇਹ ਕਈ ਵਾਰ ਕੰਪੀਟੀਟਿਵ ਐਗਜ਼ਾਮ 'ਚ ਵੀ ਪੁੱਛ ਲੈਂਦੇ ਆ ਕਿ ਜਿਹੜਾ ਫਿਊਜ਼ ਹੁੰਦਾ ਉਹਦੀਆਂ ਹਮੇਸ਼ਾ ਕਿਹੜੀਆਂ ਕਰੈਕਟਰਿਸਟਿਕਸ ਹੁੰਦੀਆਂ, ਇਨਵਰਸ ਟਾਈਮ ਕਰੈਕਟਰਿਸਟਿਕਸ, ਯਾਨੀ ਕਿ ਟਾਈਮ ਦੇ ਹਿਸਾਬ ਨਾਲ ਉਹ ਇਨਵਰਸ ਚੱਲਦਾ ਹਮੇਸ਼ਾ। ਸੋ ਦਾ ਟਾਈਮ ਰਿਕੁਆਇਰਡ ਟੂ ਬਲੋ ਆਊਟ ਅ ਫਿਊਜ਼ ਡਿਪੈਂਡ ਅਪੋਨ ਦਾ ਮੈਗਨੀਟਿਊਡ ਆਫ ਐਕਸੈਸਿਵ ਕਰੰਟ, ਯਾਨੀ ਕਿ ਡਿਪੈਂਡ ਕਰਦਾ ਵੀ ਕਰੰਟ ਕਿੰਨਾ ਆ, ਉਸ ਹਿਸਾਬ ਨਾਲ ਫਿਊਜ਼ ਮੈਲਟ ਕਰੂਗਾ। ਯਾਨੀ ਜੇ ਮੇਰਾ ਕਰੰਟ ਬਹੁਤ ਜ਼ਿਆਦਾ ਫਿਊਜ਼ ਉਨੀ ਜਲਦੀ ਮੈਲਟ ਕਰੂਗਾ, ਜੇ ਕਰੰਟ ਦੀ ਵੈਲਿਊ ਜਿਹੜੀ ਆ ਘੱਟ ਆ ਫਿਊਜ਼ ਉਨੀ ਹੀ ਲੇਟ ਜਾਂ ਉਨੀ ਹੀ ਹੌਲੀ ਜਿਹੜਾ ਆ ਇਹ ਮੈਲਟ ਕਰੂਗਾ। ਸੋ ਲਾਰਜਰ ਦਾ ਕਰੰਟ ਸਮੋਲਰ ਦਾ ਟਾਈਮ ਟੇਕਨ ਬਾਈ ਫਿਊਜ਼ ਟੂ ਬਲੋ ਆਊਟ, ਹੈਂਸ ਦਾ ਫਿਊਜ਼ ਹੈਜ਼ ਇਨਵਰਸ ਟਾਈਮ ਕਰੈਕਟਰਿਸਟਿਕ, ਯਾਨੀ ਕਿ ਜਿੰਨੀ ਕਰੰਟ ਦੀ ਵੈਲਿਊ ਜ਼ਿਆਦਾ ਹੋਊਗੀ ਉਨਾ ਹੀ ਟਾਈਮ ਫਿਊਜ਼ ਜਿਹੜਾ ਆ ਮੈਲਟ ਹੋਣ ਨੂੰ ਘੱਟ ਲਊਗਾ। ਜੇ ਆਪਾਂ ਡਾਇਗਰਾਮ ਵੀ ਦੇਖੀਏ ਤਾਂ ਡਾਇਗਰਾਮ 'ਚ ਵੀ ਦੇਖੋ, ਹੁਣ ਦੇਖੋ ਆ ਮੇਰੇ ਕੋਲ ਕੀ ਆ IN ਆ, IN ਕੀ ਹੈ ਮੇਰੇ ਕੋਲ, ਇਹ ਰੇਟਡ ਕਰੰਟ ਆ ਮੇਰੇ ਕੋਲ। ਕਰੰਟ ਦੀ ਇਸ ਵੈਲਿਊ ਤੱਕ ਜਿਹੜਾ ਮੇਰਾ ਫਿਊਜ਼ ਆ ਇਹ ਮੈਲਟ ਨਹੀਂ ਕਰੂਗਾ, ਨਾਰਮਲੀ ਕੀ ਆ ਇਹ ਵਰਕ ਕਰੂਗਾ। ਨਾਰਮਲੀ ਵਰਕ ਕਰਨ ਦਾ ਮਤਲਬ ਆ ਕਿ ਬਿਨਾਂ ਮੈਲਟ ਕੀਤੇ ਜਿਹੜਾ ਆ ਫਿਊਜ਼ ਮੇਰਾ ਆਰਾਮ ਨਾਲ ਕੰਮ ਕਰੂਗਾ। ਇਹ ਜਿਹੜਾ ਕਰੰਟ ਕਿਹੜਾ ਹੋਊਗਾ, ਰੇਟਡ ਕਰੰਟ, ਯਾਨੀ ਮੰਨ ਲਓ 10 ਐਂਪੀਅਰ ਮੈਂ ਰੇਟਡ ਕਰੰਟ ਦਾ ਫਿਊਜ਼ ਇੱਕ ਬਾਈ ਕੀਤਾ ਤਾਂ 10 ਐਂਪੀਅਰ ਕਰੰਟ ਤੱਕ ਕੀ ਆ ਫਿਊਜ਼ ਮੇਰਾ ਮੈਲਟ ਬਿਲਕੁਲ ਨਹੀਂ ਕਰੂਗਾ, ਈਜ਼ੀਲੀ ਕੰਮ ਕਰੂਗਾ, ਬਿਨਾਂ ਮੈਲਟ ਕੀਤੇ ਹੋਏ ਕਰੰਟ ਨੂੰ ਆਪਣੇ ਵਿੱਚੋਂ ਪਾਸ ਕਰੂਗਾ। ਬਟ ਹੁਣ ਮੰਨ ਲਓ 10 ਐਂਪੀਅਰ ਆ ਵੈਲਿਊ 10 ਐਂਪੀਅਰ ਆ, ਇਸ ਤੋਂ ਜ਼ਿਆਦਾ ਹੋ ਗਿਆ ਕਰੰਟ। ਠੀਕ ਹੈ, ਕਰੰਟ ਦੀ I2 ਵੈਲਿਊ ਆ ਗਈ ਆ ਮੰਨ ਲਓ ਇੱਥੇ। ਸੋ ਇਹਦੇ ਵਿੱਚ ਕੀ ਹੋਊਗਾ, ਇਹ ਮੇਰੇ ਕੋਲ ਹੁਣ ਆ ਗਿਆ ਫਿਊਜ਼ਿੰਗ ਕਰੰਟ। ਫਿਊਜ਼ਿੰਗ ਕਰੰਟ ਦਾ ਮਤਲਬ ਹੋ ਗਿਆ ਕਿ ਇਸ ਕਰੰਟ ਦੀ ਵੈਲਿਊ 'ਤੇ ਜਾ ਕੇ ਮੇਰੇ ਫਿਊਜ਼ ਨੇ ਮੈਲਟ ਹੋ ਜਾਣਾ। ਸੋ ਹੁਣ ਦੇਖੋ ਇੱਥੇ ਕੀ ਹੋਇਆ, ਕਰੰਟ ਦੀ ਵੈਲਿਊ ਕੀ ਆ, ਜ਼ਿਆਦਾ ਆ, ਅਤੇ ਦੇਖੋ ਉਹਨੇ ਟਾਈਮ ਕੀ ਲਿਆ, ਟਾਈਮ ਉਹਨੇ ਕਰੰਟ ਦੀ ਵੈਲਿਊ ਘੱਟ ਆ ਇੱਥੇ, ਇਸ ਵੈਲਿਊ 'ਤੇ ਕਰੰਟ ਜਿਹੜਾ ਆ ਘੱਟ ਆ। ਠੀਕ ਆ, ਫਿਊਜ਼ਿੰਗ ਕਰੰਟ ਦੇਖੋ ਇੱਧਰ ਨੂੰ ਵੱਧ ਰਿਹਾ ਨਾ, ਟਾਈਮ ਜਿਹੜਾ ਆ ਉੱਪਰ ਨੂੰ ਵੱਧ ਰਿਹਾ, ਜਿਹੜਾ ਕਰੰਟ ਆ ਉਹ ਇੱਧਰ ਨੂੰ ਵੱਧ ਰਿਹਾ। ਸੋ ਇਹ ਫਿਊਜ਼ਿੰਗ ਕਰੰਟ ਆ, ਇਹ ਮਿਨੀਮਮ ਵੈਲਿਊ ਆ ਕਰੰਟ ਦੀ ਜਿੱਥੇ ਮੇਰਾ ਫਿਊਜ਼ ਜਿਹੜਾ ਆ ਮੈਲਟ ਹੋਣਾ। ਜਿੱਦਾਂ ਮੰਨ ਲਓ ਇਹ 10 ਐਂਪੀਅਰ ਮੇਰੇ ਕੋਲ ਵੈਲਿਊ ਸੀਗੀ ਰੇਟਡ ਕਰੰਟ ਦੀ, 10 ਐਂਪੀਅਰ ਤੱਕ ਉਹਨੂੰ ਕੁਛ ਨਹੀਂ ਹੋਣਾ। ਆ ਮੇਰੇ ਕੋਲ ਹੁਣ 12 ਐਂਪੀਅਰ ਕਰੰਟ ਦੀ ਵੈਲਿਊ ਆ ਗਈ ਆ। ਠੀਕ ਹੈ, ਯਾਨੀ ਕਿ ਇਹ ਕੀ ਹੈ, ਮਿਨੀਮਮ ਵੈਲਿਊ ਆ ਕਰੰਟ ਦੀ ਜਿੱਥੇ ਜਾ ਕੇ ਮੇਰਾ ਫਿਊਜ਼ ਜਿਹੜਾ ਆ ਉਹ ਮੈਲਟ ਹੋ ਜਾਣਾ, ਜਿਹਨੂੰ ਆਪਾਂ ਕਹਿੰਦੇ ਫਿਊਜ਼ਿੰਗ ਕਰੰਟ। ਸੋ ਇੱਥੇ ਕੀ ਆ, ਦੇਖੋ ਇੱਥੇ ਟਾਈਮ ਕੀ ਲਿਆ ਉਹਨੇ, ਜ਼ਿਆਦਾ ਟਾਈਮ ਲਿਆ। ਠੀਕ ਆ, ਦੇਖੋ ਆ T2 ਆ, T1 ਆ, ਫਿਰ T3 T4, ਮੰਨ ਲਓ ਇੱਥੇ 1 ਸੈਕਿੰਡ ਆ, 2 ਸੈਕਿੰਡ ਆ, 3 ਸੈਕਿੰਡ ਆ, 4 ਸੈਕਿੰਡ ਆ, ਯਾਨੀ ਕਿ 12 ਐਂਪੀਅਰ ਕਰੰਟ 'ਤੇ ਮੇਰੇ ਫਿਊਜ਼ ਨੇ ਕਿੰਨਾ ਟਾਈਮ ਲਿਆ, 4 ਸੈਕਿੰਡ ਦਾ ਟਾਈਮ ਲਿਆ। 12 ਐਂਪੀਅਰ 'ਤੇ ਕਿੰਨਾ ਲਿਆ, 4 ਸੈਕਿੰਡ ਦਾ, ਜਾਂ ਫਿਰ ਆਪਾਂ ਕਹਿ ਸਕਦੇ I2 'ਤੇ ਕਿੰਨਾ ਲਿਆ, 4 ਸੈਕਿੰਡ ਦਾ ਟਾਈਮ ਲਿਆ। ਠੀਕ ਆ, ਉਸ ਤੋਂ ਬਾਅਦ ਹੁਣ ਜਿੱਦਾਂ ਦੇਖੋ ਕਰੰਟ ਦੀ ਵੈਲਿਊ ਇਨਕਰੀਜ਼ ਹੋਈ ਜਾਂਦੀ ਹੈ, ਟਾਈਮ ਘਟੀ ਜਾਂਦਾ, ਇੱਦਾਂ ਇਨਕਰੀਜ਼ ਹੋਈ ਟਾਈਮ ਦੀ ਵੈਲਿਊ ਘਟੀ ਜਾਣੀ। ਉੱਦਾਂ ਹੀ I1 ਕਰੰਟ ਆ ਗਿਆ, ਯਾਨੀ ਕਿ ਮੰਨ ਲਓ ਇਹ 16 ਐਂਪੀਅਰ ਕਰੰਟ ਆ ਗਿਆ, 16 ਐਂਪੀਅਰ 'ਤੇ ਇਹਨੇ ਕੀ ਕੀਤਾ, T1 ਟਾਈਮ ਲਿਆ। ਹੁਣ ਇੱਥੇ ਕੀ ਟਾਈਮ ਘੱਟ ਲਿਆ,
10 12 16 ਹੁਣ ਅੱਗੇ ਮੇਰੇ ਕੋਲ ਮੰਨ ਲਓ 20 एम्पीयर करंट आ गया 20 एम्पीयर ਤੇ ਇਹਨੇ ਕੀ किया टाइम होर घट लिया। सो जिद्दां जिद्दां मैं इत्थे देख रहा ग्राफ तो मैनूं पता की लग रहा ग्राफ तो मैनूं ये चीज़ पता लग रही है कि जिद्दां जिद्दां मेरे करंट की वैल्यू वधदी जाती है उदां उदां की है करंट जिहड़ा आ मेरा टाइम जिहड़ा आ मेरा घटदा जांदा। जिद्दां इदां करंट की वैल्यू वधी जाती है उस हिसाब नाल टाइम जिहड़ा आ फ्यूज़ के मैल्ट होने का रिड्यूस हो जाता। सो एक पर्टिकुलर पॉइंट ते आके की आ ये टाइम कॉन्सटेंट हो जाऊगा पर्टिकुलर टाइम ते करंट की वैल्यू ते आके टाइम कॉन्सटेंट हो जाऊगा। ठीक है। सो मुक्कदी गल यही आ कि फ्यूज़ दी इनवर्स टाइम करैक्टरिस्टिक्स होंदियां जिन्ना करंट जिहड़ा ज़्यादा होगा उन्ना टाइम की होगा वो घट लऊगा मैल्ट होने नूं फ्यूज़ जिन्ना करंट ज़्यादा होगा फ्यूज़ उन्ना ही टाइम घट लऊगा मैल्ट होने नूं ते जिन्नी मेरे कोल करंट की वैल्यू घट आ उन्ना ही फ्यूज़ टाइम ज़्यादा लऊगा मैल्ट होने। ठीक है। इत्थे करंट की वैल्यू घट आ ना देखो मिनिमम फ्यूजिंग करंट होंदा मिनिमम वैल्यू जिथे फ्यूज़ मैल्ट करदा। सो ये मिनिमम वैल्यू आ जिथे फ्यूज़ ने मैल्ट करना तो इत्थे टाइम देखो उन्हें कितना ज़्यादा लिया। ठीक है। तो आ जिहड़ी वैल्यू है करंट की वैल्यू हैगी ज़्यादा। ठीक है। ये ज़्यादा वैल्यू होगी करंट की मान लो 20 एम्पीयर 25 एम्पीयर होगी नॉर्मल 10 सी इत्थे देखो टाइम उन्हें कितना घट लिया। ठीक है। सो ये हुंदा मेरे कोल इनवर्स टाइम करैक्टरिस्टिक्स हुंदियां फ्यूज़ दियां। सो टाइम करंट करैक्टरिस्टिक्स है यानी कि टाइम तो करंट के करैक्टरिस्टिक्स जो की याद रखियो इनवर्स टाइम करैक्टरिस्टिक्स। हुण फ्यूज़ के एडवांटेजिस की आ जाते हैं मेरे को। सब तो पहला एडवांटेज देखो द कॉस्ट ऑफ दिस प्रोटैक्टिव डिवाइस इज़ वैरी लो। एक्चुअल च की आ कई तो फ्री दे विच कह लो फ्यूज़ हो जाता अपने कोई कॉपर की तार अपन लाई वह फ्यूज़ बना के आप ला दें। ठीक है। बट जे मैं उदा मार्केट चो भी बाय करना हो ना तो MCB के नालों तां फ्यूज़ की कॉस्ट जी होंगी वो घट ही होंगी है। ठीक है। इस करके जिहड़ा मेरा फ्यूज़ आ वो प्रोटैक्टिव डिवाइस है जिहदी कॉस्ट बहुत घट आ। नैक्सट मेरे को आ जा इट रिक्वायर नो मेनटेनेंस यानी कि जो फ्यूज़ होंदा इनू किसी भी तरह की मेनटेनेंस की लोड़ नहीं पैंदी बार बार इनू आपां नूं की आ कोई ये क्योंकि कोई ये ज़्यादा मकैनिकल पार्ट होंगे ही नहीं है। एक सिंपल वायर आ वो वायर की तुसीं की मेनटेनेंस करोगे। हाँ ये जरूर आ भी ये जी होंदा अपने कोल इनू चैक करते रहना पैंदा भी ये किसी तरह का ये उपर करोजन तो नहीं आ गया होया ਜਾਂ फिर ये जी केसिंग आ केसिंग ठीक आ ब्रेक तो नहीं हुई बट इस तो इलावा होर कोई मेनटेनेंस की लोड़ नहीं पैंदी आपां नूं। नैक्सट है इट इंटरप्ट हैवी करंट विदाउट नॉइस और समोक। सो जे आपां गल करिए नॉर्मल फ्यूज़ की तो यह की है ईजीली मैल्ट हो जाता इंटरप्ट कर दिंदा सर्किट में। सो कोई भी जी आवाज़ नहीं आती तो ना ही कोई उत्थे जी समोक प्रोड्यूस होंगी है। बट जे आपां गल करिए ना ज़्यादा वोल्टेज की जिद्दां मान लो 11 kV का फ्यूज़ आ ट्रांसफार्मर का कभी फ्यूज़ उठता देखियो धमाका बड़ी जोर की होंदा अद्धे पिंड च सुनदा वो। सो उत्थे दी जे आपां गल करिए उत्थे हो जाता क्योंकि उत्थे वोल्टेज ज़्यादा होंदी ना। बट जे आपां लो वोल्टेज की गल करिए तो जो लो वोल्टेज के उपर फ्यूज़ मैल्ट होंदा ना कभी भी तो वही ना तो कोई समोक होंदा ते ना ही कोई वही आवाज़ आती है। सो जिद्दां एम्पलीफायर होंदे ना छोटे उन्होंने उपर पिछे छोटा जिहा एक फ्यूज़ लगा होंदा जां इन्वर्टर तुसीं देखो इन्वर्टर के पिछे भी छोटा जिहा एक फ्यूज़ लगा होंदा। सो लो वोल्टेज के फ्यूज़ होंदे आ वो ट्यूब दे विच फ्यूज़ होंदे आ वो देखियो मैल्ट होंदे उन्हां दी आवाज़ नहीं आती ना कोई समोक प्रोड्यूस होंदी है। बट जे आपां गल करिए अपने हाई वोल्टेज की उत्थे जो आपां लाइए हाँ उत्थे तो जरूर उत्थे आवाज़ आती है उत्थे समोक भी प्रोड्यूस होंदी है उत्थे जिहड़ी आ आवाज़ भी आती है। नैक्सट आ गया द स्मॉलर द साइज़ ऑफ फ्यूज़ एलीमेंट इंपोजेज अ करंट लिमिटिंग इफैक्ट अंडर अ शॉर्ट सर्किट। सो जो साइज़ होंदा उहदे करके की आ करंट भी लिमिट हो जाता शॉर्ट सर्किट के टाइम पर। ठीक है। सिर्फ शॉर्ट सर्किट के टाइम पर की होंदा करंट लिमिटिंग इफैक्ट भी अपने को आ जाता जदों साइज़ जिहड़ा होवे वो घट होवे फ्यूज़ का। नैक्सट आंदा द इनवर्स टाइम करैक्टरिस्टिक्स मेक इट सुटेबल फॉर ओवर करंट प्रोटैक्शन। सो ये आपां हुणी पढ़ के भी हटे आ जिहड़ियां टाइम करंट करैक्टरिस्टिक्स सीगियां फ्यूज़ दियां की सीगियां इनवर्स टाइम करैक्टरिस्टिक्स सीगियां। सो वो की आ इनवर्स टाइम करैक्टरिस्टिक्स ही जिहड़ियां आ इहनूं सूटेबल बनाउंदियां ओवर करंट प्रोटैक्शन वास्ते क्योंकि ओवर करंट की है जो करंट की वैल्यू ज़्यादा होगी जो सो जिन्नी ज़्यादा करंट की वैल्यू होगी उन्ना ही फ्यूज़ जिहड़ा आ मैल्ट होने नूं टाइम घट लऊगा ड्यू टू इनवर्स टाइम करैक्टरिस्टिक्स। इस करके इन की आ सूटेबल अपने कोल ओवर करंट प्रोटैक्शन वास्ते। हुण डिसएडवांटेजिस की है सब तो मेन तो सब तो वड्डा डिसएडवांटेज जिहड़ा तुहानूं सारिਆਂ ਨੂੰ पता ही होना वो ये आ कि कंसीडरेबल टाइम इज़ लॉस्ट इन रीवायरिंग और रीप्लेसिंग फ्यूज़ आफ्टर एवरी ऑपरेशन। यानी कि फ्यूज़ नूं आपां नूं की आ हर बार चेंज करना पैंदा जिन्नी बार ऑपरेशन होया उन्नी बार चेंज करो जिन्नी बार ऑपरेट होया उन्नी बार चेंज करो। तो क्योंकि इन्हें मैल्ट ही हो जाना वायर ही है एक सिल्वर की वायर हो सकती है कॉपर की वायर हो सकती है। ठीक है। जां फिर जिहड़े अपने ट्रांसफार्मर ते LT के फ्यूज़ लाते एलूमीनीयम के फ्यूज़ लगा देंगे। सो बट जिन्नी बार भी फ्यूज़ उठता आपां नूं दोबारा उन्होंने रीवायर करना ही पैंदा। सो उहदे विच की आ अपना टाइम जिहड़ा हुंदा वो काफ़ी खराब हुंदा। ठीक है। सो एक दी सब तो वड्डी डिसएडवांटेज। सैकेंड की है ऑन शॉर्ट सर्किट डिटर्मिनेशन बिटवीन फ्यूज़ इन सीरीज़ कैन ओनली बी ऑबटेन्ड इफ इट देयर इज़ कंसीडरेबल डिफरेंस इन द रिलेटिव साइज़ ऑफ फ्यूज़ कंसर्नड।
ਸੋ ਜੇ ਸ਼ਾਰਟ ਸਰਕਟ ਦੀ ਮੈਂ ਗੱਲ ਕਰਾਂ, ਹੁਣ ਦੇਖੋ ਸ਼ਾਰਟ ਸਰਕਟ ਦੇ ਟਾਈਮ ਤੇ ਕੀ ਹੁੰਦਾ ਆ, ਮੇਰੇ ਕੋਲ ਕਰੰਟ ਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਆ। ਸੋ ਉਸ ਟਾਈਮ ਤੇ ਕੀ ਹੁੰਦਾ ਆ, ਜਿਹੜਾ ਆਪਾਂ ਫਿਊਜ਼ ਲਗਾਇਆ ਆ ਸਰਕਟ ਦੇ ਵਿੱਚ, ਉਹਦਾ ਦੇਖੋ ਸਾਈਜ਼ ਬਹੁਤ ਮੈਟਰ ਕਰਦਾ। ਜੇ ਉਹਦਾ ਸਾਈਜ਼ ਘੱਟ ਹੋਊਗਾ ਨਾ, ਕਰੰਟ ਹੁਣ ਦੇਖੋ ਸ਼ਾਰਟ ਸਰਕਟ 'ਚ ਕਰੰਟ ਬਹੁਤ ਜ਼ਿਆਦਾ ਆ ਗਿਆ, ਮੰਨ ਲਓ ਮੇਰੇ ਕੋਲ ਇੱਕਦਮ ਫਿਊਜ਼ ਮੈਂ ਲਾਇਆ ਛੋਟੇ ਸਾਈਜ਼ ਦਾ, ਯਾਨੀ ਕਿ ਲੈਂਥ ਹੈਗੀ ਘੱਟ, ਤਾਂ ਉਦੋਂ ਕੀ ਹੋਣਾ, ਫਿਊਜ਼ ਉੱਡਣ ਤੋਂ ਬਾਅਦ ਵੀ ਕੀ ਆ, ਕਰੰਟ ਨੇ ਬਣੇ ਰਹਿਣ ਦੀ ਕੋਸ਼ਿਸ਼ ਕਰਨੀ ਆ, ਤਾਂ ਉੱਥੇ ਸਪਾਰਕ ਹੋਰ ਜ਼ਿਆਦਾ ਪ੍ਰੋਡਿਊਸ ਹੋਣੀ ਆ। ਠੀਕ ਆ, ਸੋ ਇਸ ਕਰਕੇ ਜਦੋਂ ਆਪਾਂ ਸ਼ਾਰਟ ਸਰਕਟ ਦੀ ਗੱਲ ਕਰੀਏ ਤਾਂ ਸਾਈਜ਼ ਜਿਹੜਾ ਹੁੰਦਾ ਨਾ, ਸਾਈਜ਼ ਡਿਫਰੈਂਸ ਜਿਹੜਾ ਹੁੰਦਾ ਉਹ ਵੀ ਬਹੁਤ ਮੈਟਰ ਕਰਦਾ ਆ। ਸੋ ਸਾਈਜ਼ ਜਿਹੜੀ ਉੱਥੇ ਆਪਾਂ ਲੈਂਥ ਜ਼ਿਆਦਾ ਰੱਖਾਂਗੇ ਫਿਊਜ਼ ਦੀ, ਤਾਂ ਕਿ ਕੰਟੈਕਟ ਇੱਕ ਦੂਜੇ ਤੋਂ ਦੋਨੋਂ ਜ਼ਿਆਦਾ ਦੂਰ ਰਹਿਣ, ਕਿਉਂਕਿ ਜੇ ਨੇੜੇ ਰਹਿਣਗੇ ਤਾਂ ਦੁਬਾਰਾ ਉੱਥੇ ਕੀ ਆ, ਰੀਸਟ੍ਰਾਈਕ ਹੋ ਸਕਦੀ ਆ ਆਪਣੇ ਕੋਲ ਆਰ। ਸੋ ਇਹ ਵੀ ਚੀਜ਼ ਦਾ ਆਪਾਂ ਨੂੰ ਖਿਆਲ ਰੱਖਣਾ ਪੈਂਦਾ। ਇਹ ਵੀ ਡਿਸਐਡਵਾਂਟੇਜ ਇੱਕ ਫਿਊਜ਼ ਦੀ ਹੈਗੀ ਹੈ, ਕਿਉਂਕਿ ਜ਼ਿਆਦਾ ਵੱਡਾ ਫਿਊਜ਼ ਆਪਾਂ ਲਗਾ ਨਹੀਂ ਸਕਦੇ, ਕਿਉਂਕਿ ਜ਼ਿਆਦਾ ਵੱਡਾ ਰੈਜ਼ਿਸਟੈਂਸ ਵੱਧ ਜਾਣੀ, ਉੱਥੇ ਹੀਟ ਪ੍ਰੋਡਿਊਸ ਹੋ ਕੇ ਨੇ ਆਪਣੇ ਆਪ ਡਿਟੀਰੀਏਟ ਹੋ ਜਾਣਾ। ਸੋ ਇਹ ਵੀ ਕੁਛ ਡਿਸਐਡਵਾਂਟੇਜ ਹੈਗੀਆਂ ਇਹਦੇ। ਸੋ 2 ਡਿਸਐਡਵਾਂਟੇਜ ਮੇਨ ਆਪਾਂ ਸਟੱਡੀ ਕੀਤੀਆਂ ਫਿਊਜ਼ ਦੀਆਂ। ਨੈਕਸਟ ਹੁਣ ਮੇਰੇ ਕੋਲ ਆ ਜਾਂਦਾ ਆ ਮਟੀਰੀਅਲ ਯੂਜ਼ਡ ਫॉर ਮੇਕਿੰਗ ਫਿਊਜ਼ ਸ਼ੁੱਡ ਹੈਵ। ਸੋ ਜੇ ਆਪਾਂ ਫਿਊਜ਼ ਮਟੀਰੀਅਲ ਬਣਾਉਣਾ ਤਾਂ ਕੀ ਉਹਦੇ ਵਿੱਚ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ, ਪ੍ਰੋਪਰਟੀਜ਼ ਕਹਿ ਲਓ ਜਾਂ ਕਿਹੜੀਆਂ ਚੀਜ਼ਾਂ ਉਹਦੇ ਵਿੱਚ ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲਾਂ ਲੋ ਮੈਲਟਿੰਗ ਪੁਆਇੰਟ ਹੈ। ਸੋ ਇਹ ਕੰਪੀਟੀਟਿਵ ਐਗਜ਼ਾਮ 'ਚ ਵੀ ਪੁੱਛ ਲੈਂਦੇ ਆ ਵੀ ਫਿਊਜ਼ ਸ਼ੁੱਡ ਹੈਵ ਲੋ ਮੈਲਟਿੰਗ ਪੁਆਇੰਟ, ਹਾਈ ਮੈਲਟਿੰਗ ਪੁਆਇੰਟ ਜਾਂ ਮੋਡਰੇਟ ਮੈਲਟਿੰਗ ਪੁਆਇੰਟ। ਠੀਕ ਆ, ਸੋ ਜਿਹੜਾ ਫਿਊਜ਼ ਹੁੰਦਾ ਉਹਦਾ ਹਮੇਸ਼ਾ ਲੋ ਮੈਲਟਿੰਗ ਪੁਆਇੰਟ ਹੋਣਾ ਚਾਹੀਦਾ, ਯਾਦ ਰੱਖਿਓ, ਕਿਉਂਕਿ ਜੇ ਹਾਈ ਮੈਲਟਿੰਗ ਪੁਆਇੰਟ ਹੋਊਗਾ ਤਾਂ ਫਿਊਜ਼ ਮੈਲਟ ਨਹੀਂ ਹੋਣਾ, ਜਿਹੜੀ ਚੀਜ਼ ਅੱਗੇ ਪ੍ਰੋਟੈਕਟ ਕਰਨ ਵਾਸਤੇ ਲਾਈ ਆ ਉਹ ਮੈਲਟ ਹੋ ਜਾਣੀ ਹੈ। ਠੀਕ ਆ, ਜਿੱਦਾਂ ਟਰਾਂਸਫਾਰਮਰ 'ਤੇ ਕਈ ਵਾਰ ਲਾਈਨਮੈਨ ਕੀ ਕਰਦੇ, ਮੋਟਾ ਜਿਹਾ ਕਰਕੇ ਫਿਊਜ਼ ਲਾ ਦਿੰਦੇ ਆ, ਉਹ ਫਿਊਜ਼ ਤਾਂ ਉੱਡਦਾ ਨਹੀਂ, ਮੁੜ ਕੇ ਟਰਾਂਸਫਾਰਮਰ ਉੱਡ ਜਾਂਦਾ। ਠੀਕ ਆ, ਸੋ ਜਿਹੜਾ ਫਿਊਜ਼ ਹੁੰਦਾ ਉਹਦਾ ਲੋ ਮੈਲਟਿੰਗ ਪੁਆਇੰਟ ਹੋਣਾ ਚਾਹੀਦਾ। ਨੈਕਸਟ ਆ ਗਿਆ ਹਾਈ ਕੰਡਕਟੀਵਿਟੀ, ਯਾਨੀ ਕਿ ਕੰਡਕਟੀਵਿਟੀ ਉਹਦੀ ਅੱਛੀ ਹੋਣੀ ਚਾਹੀਦੀ ਆ, ਕਰੰਟ ਨੂੰ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਮਿਲੇ। ਥਰਡ ਪੁਆਇੰਟ ਹੈਗਾ ਫਰੀ ਫਰਮ ਆਕਸਾਈਡੇਸ਼ਨ। ਇਹ ਤਾਂ ਦੇਖੋ ਹੁੰਦਾ ਹੀ ਆ, ਜੇ ਆਪਾਂ ਆਇਰਨ ਦਾ ਫਿਊਜ਼ ਆਪਾਂ ਲਾਉਂਦੇ ਨਹੀਂ, ਕਾਪਰ ਦਾ ਅਤੇ ਸਿਲਵਰ ਦਾ ਹੀ ਲਾਉਂਦੇ ਆ। ਸੋ ਕਾਪਰ ਅਤੇ ਸਿਲਵਰ ਨੂੰ ਜਿਹੜਾ ਹੁੰਦਾ ਜ਼ੰਗ ਨਹੀਂ ਲੱਗਦਾ, ਇਸ ਕਰਕੇ ਫਰੀ ਫਰਮ ਆਕਸਾਈਡੇਸ਼ਨ ਜਿਹੜੀ ਆ ਤਾਂ ਹੁੰਦੀ ਹੀ ਆ, ਬਟ ਉੱਦਾਂ ਵੀ ਜਿਹੜੀ ਆ ਇਹਨੂੰ ਕੋਈ ਜ਼ੰਗ ਨਹੀਂ ਲੱਗਣਾ ਚਾਹੀਦਾ, ਜਿਹੜਾ ਵੀ ਮਟੀਰੀਅਲ ਆਪਾਂ ਜਿਹੜਾ ਫਿਊਜ਼ ਬਣਾਉਣ ਵਾਸਤੇ ਯੂਜ਼ ਕਰਦੇ ਪਏ ਹਾਂ। ਹੁਣ ਮੇਰੇ ਕੋਲ ਆ ਜਾਂਦੇ ਆ ਇੰਪੋਰਟੈਂਟ ਟਰਮਸ ਰਿਲੇਟਡ ਟੂ ਫਿਊਜ਼, ਯਾਨੀ ਕਿ ਫਿਊਜ਼ ਦੇ ਨਾਲ ਰਿਲੇਟਡ ਕਿਹੜੀਆਂ ਇੰਪੋਰਟੈਂਟ ਟਰਮਸ ਹੈਗੀਆਂ ਜਿਨ੍ਹਾਂ ਨੂੰ ਆਪਾਂ ਸਟੱਡੀ ਕਰਨਾ। ਜਿੱਦਾਂ ਆਪਾਂ ਰੇਟਿੰਗਸ ਪੜ੍ਹੀਆਂ ਸੀ ਨਾ ਸਰਕਟ ਬ੍ਰੇਕਰ ਦੀਆਂ, ਉੱਦਾਂ ਹੀ ਆਪਣੇ ਕੋਲ ਇਹਦੇ ਵਿੱਚ ਫਿਊਜ਼ ਦੀਆਂ ਵੀ ਕੁਛ ਇੰਪੋਰਟੈਂਟ ਟਰਮਸ ਹੈਗੀਆਂ। ਸਭ ਤੋਂ ਪਹਿਲਾਂ ਮੇਰੇ ਕੋਲ ਆਉਂਦੀ ਹੈ ਕਰੰਟ ਰੇਟਿੰਗ ਆਫ ਫਿਊਜ਼। ਸੋ ਇਟ ਇਜ਼ ਦ ਮੈਕਸਿਮਮ ਵੈਲਿਊ ਆਫ ਕਰੰਟ ਵਿਚ ਅ ਫਿਊਜ਼ ਐਲੀਮੈਂਟ ਹੈਜ਼ ਟੂ ਕੈਰੀ ਵਿਦਾਊਟ ਓਵਰ ਹੀਟਿੰਗ ਇਟ ਸੈਲਫ। ਸੋ ਕਰੰਟ ਰੇਟਿੰਗ ਫਿਊਜ਼ ਦੀ ਕੀ ਹੁੰਦੀ ਆ, ਕਰੰਟ ਰੇਟਿੰਗ ਉਹ ਮੈਕਸਿਮਮ ਵੈਲਿਊ ਹੁੰਦੀ ਆ ਜਿਹੜੀ ਕਿ ਫਿਊਜ਼ ਐਲੀਮੈਂਟ ਆਰਾਮ ਨਾਲ ਕੈਰੀ ਕਰ ਸਕਦਾ ਆਪਣੇ ਆਪ ਨੂੰ ਖਤਮ ਕੀਤੇ ਬਿਨਾ। ਜਿੱਦਾਂ ਮੰਨ ਲਓ ਕਰੰਟ ਰੇਟਿੰਗ ਮੈਂ ਕਿਸੇ ਫਿਊਜ਼ ਦੀ ਕਹਿਤੀ ਆ ਵੀ 10 ਐਂਪੀਅਰ ਉਹਦੀ ਕਰੰਟ ਰੇਟਿੰਗ ਆ। ਸੋ 10 ਐਂਪੀਅਰ ਤੱਕ ਕੀ ਆ, 10 ਐਂਪੀਅਰ ਮੈਕਸਿਮਮ ਵੈਲਿਊ ਆ ਕਰੰਟ ਦੀ, ਜਿਹੜੀ ਫਿਊਜ਼ ਜਿਹੜਾ ਆ ਆਰਾਮ ਦੇ ਨਾਲ ਕਰੰਟ ਨੂੰ ਕੈਰੀ ਕਰ ਸਕਦਾ ਅਤੇ ਮੈਲਟ ਨਹੀਂ ਹੋਊਗਾ। ਠੀਕ ਆ, ਯਾਨੀ ਕਿ 10 ਐਂਪੀਅਰ ਫਿਊਜ਼ ਦੀ ਰੇਟਿੰਗ ਆ ਤਾਂ 10 ਐਂਪੀਅਰ ਕਰੰਟ ਆਰਾਮ ਨਾਲ ਉਹਦੇ ਵਿੱਚੋਂ ਪਾਸ ਕਰੀ ਜਾਊਗਾ, ਫਿਊਜ਼ ਮੈਲਟ ਨਹੀਂ ਹੋਊਗਾ, ਫਿਊਜ਼ ਨੂੰ ਕੋਈ ਫਰਕ ਨਹੀਂ ਪਊਗਾ, ਨਾ ਉਹਦੀ ਵਰਕਿੰਗ ਨੂੰ ਇਫੈਕਟ ਪਊਗਾ। ਠੀਕ ਹੈ, ਸੋ ਉਹੀ ਉਹਨੇ ਦੱਸਿਆ, ਇਟ ਇਜ਼ ਦ ਮੈਕਸਿਮਮ ਵੈਲਿਊ ਆਫ ਕਰੰਟ ਵਿਚ ਅ ਫਿਊਜ਼ ਐਲੀਮੈਂਟ ਹੈਜ਼ ਟੂ ਕੈਰੀ ਵਿਦਾਊਟ ਓਵਰ ਹੀਟਿੰਗ ਇਟ ਸੈਲਫ। ਸੋ its value is minimum fusing current and depend upon the permissible temperature rise of contact of the fuse holder, fuse element and the surrounding of fuse। ਸੋ ਜਿਹੜੀ ਇਹਦੀ ਵੈਲਿਊ ਹੁੰਦੀ ਹੈ ਨਾ ਕਰੰਟ ਰੇਟਿੰਗ ਦੀ, ਉਹ ਡਿਪੈਂਡ ਕਰਦੀ ਆ ਵੀ ਤੁਸੀਂ ਇਹਨੂੰ ਕਿੱਦਾਂ ਦੀ ਜਗ੍ਹਾ 'ਤੇ ਲਗਾਉਣਾ ਆ, ਜਿਹੜੀ ਜਗ੍ਹਾ 'ਤੇ ਲਗਾਉਣਾ ਉੱਥੇ ਟੈਂਪਰੇਚਰ ਕਿੱਦਾਂ ਦਾ ਆ। ਠੀਕ ਆ, ਫਿਊਜ਼ ਹੋਲਡਰ ਕਿੱਦਾਂ ਦਾ ਅਤੇ ਫਿਊਜ਼ ਐਲੀਮੈਂਟ ਕਿੱਦਾਂ ਦਾ, ਕਿਉਂਕਿ ਦੇਖੋ ਕਰੰਟ ਰੇਟਿੰਗ ਹੁਣ ਜੇ 10 ਐਂਪੀਅਰ ਦੀ ਹੈਗੀ ਆ ਤਾਂ ਫਿਊਜ਼ ਕੀ ਆ, ਹੀਟਿੰਗ 'ਤੇ ਕੰਮ ਕਰਦਾ। ਜੇ ਪਹਿਲਾਂ ਹੀ ਮੰਨ ਲਓ ਆਪਾਂ ਇਹਨੂੰ ਇੱਦਾਂ ਦੀ ਜਗ੍ਹਾ 'ਤੇ ਲਗਾਇਆ ਜਿੱਥੇ ਗਰਮੀ ਬਹੁਤ ਜ਼ਿਆਦਾ ਆ, ਠੀਕ ਆ, ਅਤੇ ਫਿਊਜ਼ 'ਤੇ ਪਹਿਲਾਂ ਹੀ ਹੀਟ ਅਪ ਹੋ ਗਿਆ। ਠੀਕ ਆ, ਅਤੇ ਜਦੋਂ 'ਚੋਂ ਕਰੰਟ ਪਾਸ ਆਊਟ ਕਰਨਾ ਤਾਂ ਉਹਨੇ ਹੋਰ ਜ਼ਿਆਦਾ ਹੀਟ ਅਪ ਹੋ ਕੇ ਪਹਿਲਾਂ ਹੀ ਸੜ ਜਾਣਾ 10 ਐਂਪੀਅਰ ਤੋਂ। ਸੋ ਇਸ ਕਰਕੇ ਇਹ ਜਿਹੜੀ ਰੇਟਿੰਗ ਹੁੰਦੀ ਆ ਕਰੰਟ ਰੇਟਿੰਗ, ਡਿਪੈਂਡ ਕਰਦੀ ਆ ਵੀ ਫਿਊਜ਼ ਕਿੱਦਾਂ ਦੀ ਜਗ੍ਹਾ 'ਤੇ ਲਗਾ ਰਹੇ ਆ, ਕਿੱਦਾਂ ਦੇ ਹੋਲਡਰ 'ਚ ਲਗਾ ਰਹੇ ਆ, ਉਹਦੀ ਸਰਾਊਂਡਿੰਗ ਕੀ ਆ ਫਿਊਜ਼ ਦੀ, ਉਹ 'ਤੇ ਡਿਪੈਂਡ ਕਰਦੀ ਆ ਕਰੰਟ ਰੇਟਿੰਗ ਫਿਊਜ਼ ਦੀ। ਠੀਕ ਆ, ਬਟ ਬੇਸਿਕਲੀ ਤਾਂ ਇਹ ਚੀਜ਼ ਹੀ ਹੁੰਦੀ ਆ ਕਿ ਮੈਕਸਿਮਮ ਵੈਲਿਊ ਹੁੰਦੀ ਆ ਜਿਹੜੀ ਫਿਊਜ਼ ਐਲੀਮੈਂਟ ਆਰਾਮ ਨਾਲ ਕੈਰੀ ਕਰ ਸਕਦਾ ਬਿਨਾਂ ਆਪਣੇ ਆਪ ਨੂੰ ਡੈਮੇਜ ਕੀਤੇ ਜਾਂ ਬਿਨਾਂ ਆਪਣੇ ਆਪ ਨੂੰ ਮੈਲਟ ਕੀਤੇ। ਠੀਕ ਹੈ, ਨੈਕਸਟ ਮੇਰੇ ਕੋਲ ਆ ਜਾਂਦਾ ਫਿਊਜ਼ਿੰਗ ਕਰੰਟ। ਸੋ ਆਹ ਜਿਹੜਾ ਪੁਆਇੰਟ ਆ ਨਾ ਜਿੱਥੇ ਫਾਲਟ ਅਕਰ ਹੋਇਆ, ਇਹ ਮੇਰੇ ਕੋਲ ਹੈਗਾ ਫਿਊਜ਼ਿੰਗ ਕਰੰਟ। ਆਹ ਵਾਲਾ ਪੁਆਇੰਟ ਇਹ ਹੈਗਾ ਫਿਊਜ਼ਿੰਗ ਕਰੰਟ। ਸੋ ਇਟ ਇਜ਼ ਦ ਮਿਨੀਮਮ ਵੈਲਿਊ ਆਫ ਕਰੰਟ ਐਟ ਵਿਚ ਫਿਊਜ਼ ਐਲੀਮੈਂਟ ਮੈਲਟ ਐਂਡ ਦਸ ਡਿਸਕਨੈਕਟ ਦਾ ਸਰਕਟ। ਸੋ ਪਿੱਛੇ ਆਪਾਂ ਗ੍ਰਾਫ ਦੇ ਵਿੱਚ ਵੀ ਜੇ ਦੇਖੀਏ ਤਾਂ ਆਹ ਦੇਖੋ ਇੱਥੇ ਵੀ ਇੱਕ ਸੀ ਰੇਟਡ ਕਰੰਟ। ਰੇਟਡ ਕਰੰਟ ਕੀ ਆ, ਕਰੰਟ ਰੇਟਿੰਗ ਆ, ਯਾਨੀ ਕਿ ਨੋਰਮਲੀ ਕੈਰੀ ਕਰ ਸਕਦਾ ਬਿਨਾਂ ਆਪਣੇ ਆਪ ਨੂੰ ਡੈਮੇਜ ਕੀਤੇ। ਫਿਰ ਆ ਗਿਆ ਫਿਊਜ਼ਿੰਗ ਕਰੰਟ। ਫਿਊਜ਼ਿੰਗ ਕਰੰਟ ਜਿੱਥੇ ਫਿਊਜ਼ ਹੋ ਗਿਆ ਮੇਰਾ ਫਿਊਜ਼ ਜਿਹੜਾ ਆ ਉਹ ਕੀ ਹੋ ਗਿਆ, ਇਹਨੂੰ ਕਹਿੰਦੇ ਫਿਊਜ਼ ਹੋ ਗਿਆ ਯਾਨੀ ਕਿ ਮੈਲਟ ਹੋ ਗਿਆ। ਸੋ ਉਹ ਵੈਲਿਊ ਜਿੱਥੇ ਮੇਰਾ ਕਰੰਟ ਜਿਹੜਾ ਮੇਰਾ ਫਿਊਜ਼ ਆ ਉਹ ਮੈਲਟ ਹੋ ਗਿਆ, ਉਹ ਹੋ ਗਿਆ ਫਿਊਜ਼ਿੰਗ ਕਰੰਟ। ਸੋ ਇੱਥੇ ਆ ਦੇਖੋ ਗ੍ਰੀਨ ਨਾਲ ਸ਼ੋ ਕੀਤਾ ਹੋਇਆ, ਇੱਥੇ ਫਿਊਜ਼ ਮੇਰਾ ਮੈਲਟ ਹੋ ਗਿਆ। ਸੋ ਇਹ ਮਿਨੀਮਮ ਵੈਲਿਊ ਹੁੰਦੀ ਹੈ ਕਰੰਟ ਦੀ, ਮਿਨੀਮਮ ਵੈਲਿਊ ਹੁੰਦੀ ਕਰੰਟ ਦੀ ਜਿੱਥੇ ਮੇਰਾ ਫਿਊਜ਼ ਐਲੀਮੈਂਟ ਜਿਹੜਾ ਮੈਲਟ ਹੋ ਜਾਂਦਾ ਅਤੇ ਜਿਹੜਾ ਮੇਰਾ ਸਰਕਟ ਹੁੰਦਾ ਉਹ ਡਿਸਕਨੈਕਟ ਹੋ ਜਾਂਦਾ। ਸੋ ਗ੍ਰਾਫ 'ਚ ਦੇਖੀਏ ਤਾਂ ਆਹ ਦੇਖੋ, ਆਹ ਮੇਰੇ ਕੋਲ ਹੈਗਾ ਆ ਫਿਊਜ਼ਿੰਗ ਕਰੰਟ ਆ, ਕਿਉਂਕਿ ਇੱਥੇ ਕੀ ਆ ਫਿਊਜ਼ ਮੇਰਾ ਮੈਲਟ ਹੋ ਗਿਆ ਅਤੇ ਅੱਗੇ ਕੱਟ ਆਫ ਕਰੰਟ ਜਿਹੜਾ ਆ ਉਹ ਆ ਗਿਆ।
ਇਹਦੀ ਵੈਲਿਊ ਕੀ ਹੁੰਦੀ ਆ I ਇਜ਼ ਇਕੁਅਲ ਟੂ ਕੇ ਡੀ 1.5। ਸੋ ਡੀ ਜਿਹੜਾ ਹੁੰਦਾ ਹੈ ਡਾਇਆਮੀਟਰ ਹੁੰਦਾ, ਕੇ ਕੌਂਸਟੈਂਟ ਹੁੰਦਾ ਆ। ਕੌਂਸਟੈਂਟ ਇਹ ਡਿਪੈਂਡ ਕਰਦਾ ਵੀ ਮੇਰਾ ਕਿਹੜਾ ਮਟੀਰੀਅਲ ਯੂਜ਼ ਕੀਤਾ ਤੇ ਡਾਇਆਮੀਟਰ ਕੀ ਹੈ, ਇਹ ਕੌਂਸਟੈਂਟ ਹੁੰਦਾ ਵੈਲਿਊ, ਠੀਕ ਹੈ। ਕੇ ਨੂੰ ਆਪਾਂ ਕੌਂਸਟੈਂਟ ਹੀ ਲੈਂਦੇ ਆ। ਜੇ ਕਾਪਰ ਆ ਤਾਂ ਉਹ ਅਲੱਗ ਹੋਊਗਾ, ਐਲੂਮੀਨੀਅਮ ਆ ਤਾਂ ਕੇ ਦੀ ਵੈਲਿਊ ਅਲੱਗ ਹੋਊਗੀ। ਸੋ ਕੇ ਜਿਹੜਾ ਹੁੰਦਾ ਇਸ ਕਰਕੇ ਮਟੀਰੀਅਲ 'ਤੇ ਡਿਪੈਂਡ ਕਰਦਾ ਹੁੰਦਾ। ਡੀ ਜਿਹੜਾ ਆ ਡਾਇਆਮੀਟਰ ਆ ਅਤੇ ਡੀ ਦੀ ਪਾਵਰ 3/2 ਹੁੰਦਾ। ਸੋ 3/2 1.5 ਲਿਖਤਾ ਆਪਾਂ, ਠੀਕ ਆ। ਸੋ ਇੱਥੇ ਮੇਰੇ ਕੋਲ ਫਾਲਟ ਜਿਹੜਾ ਕ੍ਰੀਏਟ ਹੋ ਗਿਆ। ਹੁਣ ਇੱਥੇ ਫਿਊਜ਼ਿੰਗ ਕਰੰਟ ਦੀ ਵੈਲਿਊ, ਇਹ ਫਿਊਜ਼ਿੰਗ ਕਰੰਟ ਦੀ ਵੈਲਿਊ ਆ, ਠੀਕ ਆ। ਇੱਥੇ ਫਿਊਜ਼ ਹੋ ਜਾਣਾ ਕਰੰਟ, ਇਹ ਪੁਆਇੰਟ 'ਤੇ ਆ ਕੇ ਮੇਰਾ ਹੁਣ ਫਿਊਜ਼ ਹੋ ਗਿਆ। ਕੱਟ ਆਫ ਕਰੰਟ ਜਿੱਥੇ ਲਿਖਿਆ ਨਾ ਆਪਾਂ, ਕੱਟ ਆਫ ਕਰੰਟ 'ਤੇ ਕੀ ਹੋਇਆ ਕਿ ਸਰਕਟ ਮੇਰਾ ਕੱਟ ਆਫ ਹੋ ਗਿਆ। ਇੱਥੇ ਫਾਲਟ ਆਇਆ, ਫਾਲਟ ਆਉਣ 'ਤੇ ਕੀ ਹੋਇਆ, ਜਿਹੜੇ ਹੁਣ ਦੇਖੋ ਫਾਲਟ ਆਇਆ ਤਾਂ ਉਹਦੀ ਪੀਕ ਇਨਕਰੀਜ਼ ਹੋਣੀ ਹੈ। ਸੋ ਫਾਲਟ ਆਇਆ, ਦੇਖੋ ਫਾਲਟ 'ਤੇ ਪੀਕ ਇਨਕਰੀਜ਼ ਹੋ ਗਈ, ਆਹ ਪੁਆਇੰਟ ਆ ਗਿਆ ਕੱਟ ਆਫ ਕਰੰਟ, ਠੀਕ ਆ। ਇੱਥੇ ਆ ਕੇ ਕੀ ਹੋਇਆ, ਫਿਊਜ਼ ਮੇਰਾ ਪੂਰੀ ਤਰ੍ਹਾਂ ਨਾਲ ਮੈਲਟ ਕਰ ਗਿਆ, ਇੱਥੋਂ ਮੈਲਟ ਹੋਣਾ ਸਟਾਰਟ ਹੋਇਆ ਸੀ, ਠੀਕ ਆ। ਸੋ ਇਹ ਮਿਨੀਮਮ ਵੈਲਿਊ ਆਪਾਂ ਕਹਿ ਸਕਦੇ ਹਾਂ ਫਿਊਜ਼ਿੰਗ ਕਰੰਟ ਆਹ ਆ। ਇੱਥੋਂ ਫਿਊਜ਼ ਮੇਰਾ ਮੈਲਟ ਹੋਣਾ ਸਟਾਰਟ ਹੋਇਆ, ਬਹੁਤ ਘੱਟ ਟਾਈਮ ਦੇ ਵਿੱਚ ਇੱਥੇ ਕੱਟ ਆਫ ਕਰੰਟ 'ਤੇ ਆ ਕੇ ਫਿਊਜ਼ ਮੇਰਾ ਪੂਰੀ ਤਰ੍ਹਾਂ ਨਾਲ ਡਿਸਕਨੈਕਟ ਹੋ ਗਿਆ। ਡਿਸਕਨੈਕਟ ਹੋਇਆ, ਹੁਣ ਦੇਖੋ ਜਦੋਂ ਵੀ ਦੋ ਕੰਟੈਕਟ ਇੱਕ ਦੂਜੇ ਤੋਂ ਅਲੱਗ ਹੁੰਦੇ ਆਰਕ ਤਾਂ ਪ੍ਰੋਡਿਊਸ ਹੋਣੀ ਆ, ਠੀਕ ਆ। ਸੋ ਆ ਇੰਨਾ ਮੇਰੇ ਕੋਲ ਕੀ ਆ, ਇੰਨਾ ਜਿਹੜਾ ਇੱਥੇ ਡਾਊਨ ਆਉਂਦਾ ਪਿਆ ਆ, ਇਹ ਮੇਰੇ ਕੋਲ ਕੀ ਆ ਆਰਕਿੰਗ ਟਾਈਮ ਆ, ਯਾਨੀ ਕਿ ਇੰਨੇ ਟਾਈਮ 'ਚ ਆਰਕ ਬਣਨੀ ਆ। ਅਤੇ ਜਿਹੜਾ ਇਸ ਤੋਂ ਪਹਿਲਾਂ ਵਾਲਾ ਟਾਈਮ ਸੀਗਾ ਉਹ ਮੇਰੇ ਕੋਲ ਪ੍ਰੀ ਆਰਕਿੰਗ ਟਾਈਮ ਸੀਗਾ, ਜਦੋਂ ਫਿਊਜ਼ ਜਿਹੜਾ ਆ ਉਹ ਇੱਥੋਂ ਹੀਟ ਅਪ ਹੋ ਰਿਹਾ ਹੁਣ, ਕਿਉਂਕਿ ਦੇਖੋ ਇਹ ਫਿਊਜ਼ਿੰਗ ਕਰੰਟ ਆ ਨਾ। ਮੰਨ ਲਓ 10 ਐਂਪੀਅਰ ਨਾਰਮਲ ਰੇਟਿੰਗ ਆ, 12 ਐਂਪੀਅਰ 'ਤੇ ਫਿਊਜ਼ ਨੇ ਮੈਲਟ ਹੋਣਾ, ਅਤੇ 12 ਐਂਪੀਅਰ ਆਹ ਆ। 12 ਐਂਪੀਅਰ ਤੋਂ ਹੌਲੀ ਹੌਲੀ ਕੀ ਹੋਇਆ, ਕਰੰਟ ਦੀ ਵੈਲਿਊ ਜਿਹੜੀ ਆ ਵਧਣੀ ਸਟਾਰਟ ਹੋਈ ਸ਼ਾਰਟ ਸਰਕਟ ਦੇ ਵਿੱਚ, ਅਤੇ ਫਿਊਜ਼ ਜਿਹੜਾ ਹੈ ਹੀਟ ਅਪ ਵੀ ਹੋਣਾ ਸਟਾਰਟ ਹੋਇਆ। ਇਸ ਪਰਟੀਕੂਲਰ ਵੈਲਿਊ 'ਤੇ ਆ ਕੇ ਫਿਊਜ਼ ਮੇਰਾ ਪੂਰੀ ਤਰ੍ਹਾਂ ਨਾਲ ਮੈਲਟ ਕਰ ਗਿਆ, ਕੰਟੈਕਟ ਇੱਕ ਦੂਜੇ ਤੋਂ ਯਾਨੀ ਕਿ ਅਲੱਗ ਹੋ ਗਿਆ, ਅਤੇ ਉਸ ਟਾਈਮ 'ਤੇ ਕੀ ਹੋਣਾ, ਆ ਇੰਨਾ ਕਰੰਟ ਡਾਊਨ ਜਾਣਾ ਸਟਾਰਟ ਹੋ ਜਾਣਾ ਹੁਣ, ਅਤੇ ਇੰਨਾ ਜਿਹੜਾ ਟਾਈਮ ਆ ਕੱਟ ਆਫ ਕਰੰਟ ਤੋਂ ਲੈ ਕੇ ਇੱਥੇ ਤੱਕ ਕਰੰਟ 0 ਤੱਕ, ਇਹ ਮੇਰਾ ਆਰਕਿੰਗ ਟਾਈਮ ਆ। ਇਸ ਤੋਂ ਪਹਿਲਾਂ ਵਾਲਾ ਪ੍ਰੀ ਆਰਕਿੰਗ ਟਾਈਮ ਆ, ਅਤੇ ਟੋਟਲ ਆਪਰੇਟਿੰਗ ਟਾਈਮ ਹੋ ਗਿਆ ਪ੍ਰੀ ਆਰਕਿੰਗ ਟਾਈਮ ਪਲੱਸ ਆਰਕਿੰਗ ਟਾਈਮ। ਨੈਕਸਟ ਮੇਰੇ ਕੋਲ ਆ ਜਾਂਦਾ ਆ ਫਿਊਜ਼ਿੰਗ ਫੈਕਟਰ। ਫਿਊਜ਼ਿੰਗ ਫੈਕਟਰ ਜਿਹੜਾ ਹੁੰਦਾ ਰੇਸ਼ੋ ਹੁੰਦਾ ਮਿਨੀਮਮ ਫਿਊਜ਼ਿੰਗ ਕਰੰਟ ਟੂ ਦਾ ਕਰੰਟ ਰੇਟਿੰਗ ਆਫ ਫਿਊਜ਼, ਯਾਨੀ ਕਿ ਫਿਊਜ਼ਿੰਗ ਫੈਕਟਰ ਕੀ ਹੋਇਆ, ਮਿਨੀਮਮ ਫਿਊਜ਼ਿੰਗ ਕਰੰਟ ਡਿਵਾਈਡਡ ਬਾਈ ਕਰੰਟ ਰੇਟਿੰਗ ਆਫ ਫਿਊਜ਼, ਯਾਨੀ ਕਿ ਮਿਨੀਮਮ ਕਿੰਨੇ ਕਰੰਟ 'ਤੇ ਫਿਊਜ਼ ਹੁੰਦਾ ਡਿਵਾਈਡਡ ਕਰੰਟ ਰੇਟਿੰਗ ਕੀ ਆ। ਸੋ ਫਿਊਜ਼ਿੰਗ ਫੈਕਟਰ ਦੀ ਵੈਲਿਊ ਹਮੇਸ਼ਾ 1 ਤੋਂ ਜ਼ਿਆਦਾ ਹੋਣੀ ਆ। ਤੁਸੀਂ ਕਰਕੇ ਵੀ ਦੇਖ ਲਿਓ, ਚਾਹੇ ਟਰਾਈ ਇਹਨੂੰ ਕੈਲਕੂਲੇਟ ਕਰਨਾ। ਜੇ ਆਪਾਂ ਐਗਜ਼ਾਮਪਲ ਲੈ ਲਈਏ, ਹੁਣ ਦੇਖੋ ਫਿਊਜ਼ਿੰਗ ਕਰੰਟ ਰੇਟਿੰਗ ਮੰਨ ਲਓ 10 ਐਂਪੀਅਰ ਆ, ਫਿਊਜ਼ਿੰਗ ਕਰੰਟ ਓਬਵੀਅਸਲੀ ਗੱਲ ਆ 10 ਤੋਂ ਜ਼ਿਆਦਾ ਹੀ ਹੋਊਗਾ, ਠੀਕ ਆ। ਅਤੇ ਜੇ ਉੱਪਰ ਵਾਲੀ ਚੀਜ਼ ਜ਼ਿਆਦਾ ਆ ਤਾਂ ਵੈਲਿਊ ਹਮੇਸ਼ਾ 1 ਤੋਂ ਵੱਧ ਹੀ ਆਊਗੀ। ਜੇ ਮੰਨ ਲਓ ਕਰੰਟ ਰੇਟਿੰਗ ਫਿਊਜ਼ ਦੀ ਹੈ ਕਿ 10 ਐਂਪੀਅਰ, ਅਤੇ ਫਿਊਜ਼ਿੰਗ ਕਰੰਟ ਕੀ ਹੋਊਗਾ 10 ਤੋਂ ਜ਼ਿਆਦਾ ਹੋਊਗਾ, ਮੰਨ ਲਓ 12 ਹੋਊਗਾ, ਤਾਂ ਵੈਲਿਊ ਕੀ ਆਊਗੀ ਇਹਦੀ 1 ਤੋਂ ਜ਼ਿਆਦਾ ਆਊਗੀ, ਠੀਕ ਆ, 1.2 ਆਊਗੀ। ਸੋ ਵੈਲਿਊ ਕੀ ਆਊਗੀ ਇਹਦੀ 1 ਤੋਂ ਜ਼ਿਆਦਾ ਆਊਗੀ। ਇਹ ਚੀਜ਼ ਯਾਦ ਰੱਖਿਓ, ਪੇਪਰ 'ਚ ਕਈ ਵਾਰ ਕੁਐਸਚਨ ਕੰਪੀਟੀਟਿਵ ਐਗਜ਼ਾਮ 'ਚ ਪੁੱਛ ਲੈਂਦੇ ਵੀ ਫਿਊਜ਼ਿੰਗ ਫੈਕਟਰ ਦੀ ਵੈਲਿਊ ਹਮੇਸ਼ਾ ਕਿੰਨੀ ਹੁੰਦੀ, 0 ਹੁੰਦੀ, 1 ਤੋਂ ਘੱਟ ਹੁੰਦੀ, 1 ਤੋਂ ਜ਼ਿਆਦਾ ਹੁੰਦੀ। ਸੋ ਉੱਥੇ ਤੁਸੀਂ ਲਿਖਣਾ ਆਲਵੇਜ਼ ਮੋਰ ਦੈਨ ਯੂਨਿਟੀ, ਯਾਨੀ ਕਿ 1 ਤੋਂ ਹਮੇਸ਼ਾ ਜ਼ਿਆਦਾ। ਕਿਉਂ ਜ਼ਿਆਦਾ ਹੋਊਗੀ ਉਹ ਤੁਸੀਂ ਆਪਣੇ ਮਾਈਂਡ 'ਚ ਐਗਜ਼ਾਮਪਲ ਸੋਚ ਲਿਓ ਕਿ ਕਰੰਟ ਰੇਟਿੰਗ ਕੀ ਹੁੰਦੀ ਆ, ਉਹ ਰੇਟਿੰਗ ਜਿਹੜੀ ਜਿੱਥੇ ਬਿਨਾਂ ਮੈਲਟ ਹੋਏ ਚੱਲਦਾ। ਸੋ ਉਹ ਮੰਨ ਲਓ 10 ਐਂਪੀਅਰ ਆ, ਅਤੇ ਫਿਊਜ਼ਿੰਗ ਕਰੰਟ ਕੀ ਹੁੰਦਾ ਜਿੱਥੇ ਫਿਊਜ਼ ਹੁੰਦਾ। ਸੋ ਓਬਵੀਅਸ ਜੀ ਗੱਲ ਆ ਜਿੱਥੇ ਫਿਊਜ਼ ਹੁੰਦਾ ਉਹ 10 ਤੋਂ ਜ਼ਿਆਦਾ ਹੀ ਵੈਲਿਊ ਹੋਊਗੀ, ਠੀਕ ਆ। ਮੰਨ ਲਓ ਜੇ ਮੈਂ ਉਹਨੂੰ 15 ਕਰ ਲਿਆ, 15 ਡਿਵਾਈਡਡ ਬਾਈ ਜਦੋਂ ਆਪਾਂ 10 ਕਰਾਂਗੇ, ਠੀਕ ਆ, ਤਾਂ ਉਹ ਕੀ ਆ ਜਾਣਾ 1.5 ਆ ਜਾਣਾ, ਠੀਕ ਆ। ਸੋ 1.5 1 ਤੋਂ ਜ਼ਿਆਦਾ ਹੀ ਆ, ਸੋ ਇਸ ਕਰਕੇ ਇਹਦੀ ਵੈਲਿਊ ਹਮੇਸ਼ਾ 1 ਤੋਂ ਜ਼ਿਆਦਾ ਹੋਣੀ। ਨੈਕਸਟ ਆ ਜਾਂਦਾ ਮੇਰੇ ਕੋਲ ਪ੍ਰਸਪੈਕਟਿਵ ਕਰੰਟ। ਸੋ ਪ੍ਰਸਪੈਕਟਿਵ ਕਰੰਟ ਜਿਹੜਾ ਹੁੰਦਾ ਇਹ ਫਾਲਟ ਦੀ ਪਹਿਲੀ ਲੂਪ ਹੁੰਦੀ ਆ, ਠੀਕ ਆ। ਜਿੱਦਾਂ ਆਹ ਦੇਖੋ ਜਿਹੜਾ ਅਸਿਮੈਟ੍ਰੀਕਲ ਕਰੰਟ ਆ ਨਾ, ਜਿਹਨੂੰ ਆਪਾਂ ਫਸਟ ਲੂਪ ਕਹਿ ਰਹੇ ਹਾਂ, ਇਹ ਪ੍ਰਸਪੈਕਟਿਵ ਕਰੰਟ ਆ, ਠੀਕ ਆ। ਕਿਉਂ ਪ੍ਰਸਪੈਕਟਿਵ ਕਰੰਟ ਆ, ਕਿਉਂਕਿ ਫਾਲਟ ਦੀ ਪਹਿਲੀ ਲੂਪ ਆ ਇਹ। ਸੋ RMS ਵੈਲਿਊ ਆਫ ਫਸਟ ਲੂਪ ਆਫ ਦਾ ਫਾਲਟ ਕਰੰਟ ਇਜ਼ ਕਾਲਡ ਪ੍ਰਸਪੈਕਟਿਵ ਕਰੰਟ। ਸੋ ਆਹ ਮੇਰੇ ਕੋਲ ਕੀ ਆ, ਅਸਿਮੈਟ੍ਰੀਕਲ ਕਰੰਟ ਜਿਹੜੀ ਫਸਟ ਲੂਪ ਆ ਗਈ, ਇਹ ਮੇਰੇ ਕੋਲ ਪ੍ਰਸਪੈਕਟਿਵ ਕਰੰਟ ਆ ਇੱਥੇ ਤੱਕ, ਠੀਕ ਆ। ਸੋ ਇਹ ਫਾਲਟੀ ਕੰਡੀਸ਼ਨ ਦੇ ਵਿੱਚ ਹੀ ਆਪਾਂ ਪ੍ਰਸਪੈਕਟਿਵ ਕਰੰਟ ਨੂੰ ਲੈਂਦੇ ਹਾਂ, ਜਦੋਂ ਫਾਲਟੀ ਕੰਡੀਸ਼ਨ ਆ ਜਾਂਦੀ, ਕਿਉਂਕਿ ਨਾਰਮਲ ਤੋਂ ਵੈਲਿਊ ਵੱਧ ਜਾਂਦੀ ਨਾ ਕਰੰਟ ਦੀ ਉਸ ਟਾਈਮ 'ਤੇ, ਇਸ ਕਰਕੇ। ਅਤੇ ਇਸ ਪੁਆਇੰਟ ਦੇ ਉੱਪਰ ਜਿਹੜੀ ਰੈਜ਼ਿਸਟੈਂਸ ਹੁੰਦੀ ਆ ਉਹ ਵੀ 0 ਹੁੰਦੀ ਆ ਫਿਊਜ਼ ਦੀ। ਰੈਜ਼ਿਸਟੈਂਸ 0 ਕਹਿ ਲਓ ਜਾਂ ਨੈਗਲੀਜੀਬਲ ਕਹਿ ਲਓ, ਠੀਕ ਹੈ। 0 ਤਾਂ ਨਹੀਂ ਹੁੰਦੀ, ਨੈਗਲੀਜੀਬਲ ਕੁਛ ਵੈਲਿਊ ਹੁੰਦੀ ਹੈ। ਸੋ ਨੈਗਲੀਜੀਬਲ ਰੈਜ਼ਿਸਟੈਂਸ ਜਿਹੜੀ ਹੁੰਦੀ ਹੈ ਇਸ ਪੁਆਇੰਟ 'ਤੇ ਹੁੰਦੀ ਆ। ਸੋ ਇਹ ਹੁੰਦਾ ਪ੍ਰਸਪੈਕਟਿਵ ਕਰੰਟ ਹੁੰਦਾ ਆਪਣੇ ਕੋਲ। ਨੈਕਸਟ ਹੈਗਾ ਕੱਟ ਆਫ ਕਰੰਟ। ਸੋ ਦਾ ਮੈਕਸਿਮਮ ਵੈਲਿਊ ਆਫ ਫਾਲਟ ਕਰੰਟ ਐਕਚੁਅਲੀ ਰੀਚਡ ਬਿਫੋਰ ਦਾ ਫਿਊਜ਼ ਮੈਲਟ। ਸੋ ਤੁਹਾਨੂੰ ਦੱਸਿਆ ਸੀ ਵੀ ਇੱਥੇ ਹੌਲੀ ਹੌਲੀ ਫਿਊਜ਼ ਜਿਹੜਾ ਨਾ, ਮੰਨ ਲਓ ਉਹਦੀ ਕਰੰਟ ਫਿਊਜ਼ਿੰਗ ਕਰੰਟ ਹੈਗਾ ਉਹਦਾ 12 ਐਂਪੀਅਰ। ਸੋ 12 ਐਂਪੀਅਰ 'ਤੇ ਕੀ ਹੌਲੀ ਹੌਲੀ ਮੈਲਟ ਹੋਣਾ ਸਟਾਰਟ ਹੋ ਜਾਂਦਾ ਫਿਊਜ਼ ਹੀਟ ਅਪ ਹੋ ਕੇ। ਸੋ ਇੱਕ ਪਰਟੀਕੂਲਰ ਪੁਆਇੰਟ ਜਿੱਥੇ ਪੂਰੀ ਤਰ੍ਹਾਂ ਮੈਲਟ ਹੋ ਜਾਂਦਾ ਫਿਊਜ਼, ਉਹਨੂੰ ਮੈਂ ਕਹਿੰਦਾ ਕੱਟ ਆਫ ਕਰੰਟ, ਠੀਕ ਆ। ਸੋ ਕੀ ਹੁੰਦਾ, ਦਾ ਮੈਕਸਿਮਮ ਵੈਲਿਊ ਆਫ ਫਾਲਟ ਕਰੰਟ ਐਕਚੁਅਲੀ ਰੀਚਡ ਬਿਫੋਰ ਦਾ ਫਿਊਜ਼ ਮੈਲਟ, ਯਾਨੀ ਕਿ ਫਿਊਜ਼ ਮੈਲਟ ਹੋਣ ਤੋਂ ਪਹਿਲਾਂ ਜਿਹੜੀ ਕਰੰਟ ਦੀ ਮੈਕਸਿਮਮ ਵੈਲਿਊ ਮੇਰੇ ਕੋਲ ਆ ਗਈ, ਉਹਨੂੰ ਮੈਂ ਕੀ ਕਹੂੰਗਾ, ਕੱਟ ਆਫ ਕਰੰਟ। ਡਾਇਗਰਾਮ ਤੋਂ ਵੀ ਦੇਖ ਲਓ, ਆ ਦੇਖੋ ਇੱਥੇ ਫਿਊਜ਼ ਮੈਲਟ ਕਰ ਗਿਆ ਨਾ, ਇਸ ਪੁਆਇੰਟ 'ਤੇ ਜਿਹੜੀ ਵੈਲਿਊ ਆ ਉਹ ਕਰੰਟ ਦੀ ਉਹ ਕੱਟ ਆਫ ਵੈਲਿਊ ਆ। ਪ੍ਰੀ ਆਰਕਿੰਗ ਪੀਰੀਅਡ ਕੀ ਆ,
ਆਰਕ ਪ੍ਰੋਡਿਊਸ ਹੋਣ ਤੋਂ ਪਹਿਲਾਂ ਦਾ ਜਿਹੜਾ ਪੀਰੀਅਡ ਹੈਗਾ ਜਦੋਂ ਆਰਕ ਨਹੀਂ ਪ੍ਰੋਡਿਊਸ ਹੋਈ, ਯਾਨੀ ਕਿ ਜਦੋਂ ਸਿਰਫ ਹੀਟ ਅਪ ਹੋਣਾ ਸਟਾਰਟ ਹੋਇਆ ਫਿਊਜ਼ ਮੇਰਾ, ਇੰਨੇ ਪੁਆਇੰਟ ਤੇ ਕੀ ਆ ਹੀਟ ਅਪ ਹੋਣਾ ਸਟਾਰਟ ਹੋਇਆ ਫਿਊਜ਼ ਮੇਰਾ। ਸੋ ਇਹ ਜਿਹੜਾ ਪੁਆਇੰਟ ਹੋਊਗਾ ਇਹ ਕੀ ਆ ਪ੍ਰੀ ਆਰਕਿੰਗ ਟਾਈਮ ਆ। ਬਾਕੀ ਇਹ ਮਿਲੀ ਸੈਕਿੰਡਸ ਦੇ ਵਿੱਚ ਹੁੰਦਾ ਜੋ ਵੀ ਹੁੰਦਾ, ਇਹ ਚੀਜ਼ ਹਮੇਸ਼ਾ ਯਾਦ ਰੱਖਿਓ, ਮਿਲੀ ਮਾਈਕਰੋ ਸੈਕਿੰਡਸ ਦੇ ਨੈਨੋ ਸੈਕਿੰਡਸ ਦੇ ਵਿੱਚ ਇਹ ਵੀ ਚੀਜ਼ ਹੁੰਦੀ ਹੈ, ਕਿਉਂਕਿ ਦੇਖੋ ਨਾ ਇੱਕ ਸੈਕਿੰਡ 'ਚ 50 ਸਾਈਕਲ ਜਾਂਦੇ ਹੁੰਦੇ ਆ, ਤੇ ਇਹ ਦੇਖੋ ਅੱਧੇ ਤੋਂ ਵੀ ਘੱਟ ਸਾਈਕਲ ਦੇ ਵਿੱਚ ਹੋ ਰਹੀ ਆ ਚੀਜ਼। ਸੋ ਇੱਥੇ ਫਾਲਟ ਅਕਰ ਹੋਇਆ, ਇੱਥੇ ਤੱਕ ਗਿਆ, ਇੰਨੇ ਪੁਆਇੰਟ 'ਚ ਕੀ ਆ ਹੀਟ ਪ੍ਰੋਡਿਊਸ ਹੋਈ ਆ, ਆਰਕ ਨਹੀਂ ਪ੍ਰੋਡਿਊਸ ਹੋਈ ਬਟ ਸਿਰਫ ਹੀਟ ਪ੍ਰੋਡਿਊਸ ਹੋਈ ਆ, ਹੀਟ। ਸੋ ਉਹ ਟਾਈਮ ਜਿਹੜਾ ਉਹ ਪ੍ਰੀ ਆਰਕਿੰਗ ਟਾਈਮ ਆ, ਉਹੀ ਲਿਖਿਆ ਵੀ ਹੋਇਆ ਆਪਾਂ ਇੱਥੇ, ਦ ਟਾਈਮ ਇੰਟਰਵਲ ਬਿਟਵੀਨ ਦ ਕੰਸੈਂਟਮੈਂਟ ਆਫ ਫਾਲਟ ਐਂਡ ਦ ਇੰਸਟੈਂਟ ਵੈਨ ਕੱਟ ਆਫ ਅਕਰ ਇਜ਼ ਕਾਲਡ ਪ੍ਰੀ ਆਰਕਿੰਗ ਟਾਈਮ। ਯਾਨੀ ਕਿ ਫਾਲਟ ਦੇ ਹੋਣ ਤੋਂ ਪਹਿਲਾਂ, ਯਾਨੀ ਕਿ ਫਿਊਜ਼ ਦੇ ਮੈਲਟ ਹੋਣ ਤੋਂ ਪਹਿਲਾਂ ਦਾ ਟਾਈਮ, ਠੀਕ ਹੈ, ਯਾਨੀ ਕਿ ਫਿਊਜ਼ ਜਦੋਂ ਪੂਰੀ ਤਰ੍ਹਾਂ ਮੈਲਟ ਹੋ ਗਿਆ ਉਸ ਤੋਂ ਪਹਿਲਾਂ ਦਾ, ਅਤੇ ਫਾਲਟ ਦੇ ਅਕਰ ਹੋਣ ਤੋਂ ਬਾਅਦ ਦਾ ਟਾਈਮ ਜਿਹੜਾ ਆ, ਠੀਕ ਆ, ਉਹਨੂੰ ਆਪਾਂ ਕਹਿੰਦੇ ਆ ਕਿ ਇਹ ਪ੍ਰੀ ਆਰਕਿੰਗ ਟਾਈਮ ਆ, ਠੀਕ ਆ। ਸੋ ਟਾਈਮ ਇੰਟਰਵਲ ਬਿਟਵੀਨ ਕਮੈਂਸਮੈਂਟ ਆਫ ਫਾਲਟ ਐਂਡ ਦ ਇੰਸਟੈਂਟ ਵੈਨ ਕੱਟ ਆਫ ਅਕਰ ਇਜ਼ ਕਾਲਡ ਪ੍ਰੀ ਆਰਕਿੰਗ ਟਾਈਮ। ਹੁਣ ਨੈਕਸਟ ਹੈਗਾ ਆਰਕਿੰਗ ਟਾਈਮ। ਸੋ ਦ ਟਾਈਮ ਇੰਟਰਵਲ ਬਿਟਵੀਨ ਦ ਐਂਡ ਆਫ ਦ ਪ੍ਰੀ ਆਰਕਿੰਗ ਟਾਈਮ ਐਂਡ ਇੰਸਟੈਂਟ ਵੈਨ ਆਰਕ ਇਜ਼ ਐਕਸਟਿੰਗੁਇਸ਼ਡ ਇਜ਼ ਕਾਲਡ ਆਰਕਿੰਗ ਟਾਈਮ। ਯਾਨੀ ਕਿ ਪ੍ਰੀ ਆਰਕਿੰਗ ਟਾਈਮ ਜਿੱਥੇ ਖਤਮ ਹੋ ਗਿਆ ਆ, ਅਤੇ ਕਰੰਟ ਪ੍ਰੀ ਆਰਕਿੰਗ ਟਾਈਮ ਦੇ ਖਤਮ ਹੋਣ ਤੋਂ ਬਾਅਦ ਅਤੇ ਕਰੰਟ ਜ਼ੀਰੋ ਹੋਣ ਤੋਂ ਪਹਿਲਾਂ, ਯਾਨੀ ਕਿ ਆਰਕ ਦੇ ਫਿਨਿਸ਼ ਹੋਣ ਤੋਂ ਪਹਿਲਾਂ ਦਾ ਜਿਹੜਾ ਟਾਈਮ ਆ ਉਹਨੂੰ ਆਪਾਂ ਕਹਾਂਗੇ ਆਰਕਿੰਗ ਟਾਈਮ। ਜਾਂ ਸਿੰਪਲੀ ਕਹਿ ਲਓ ਯਾਰ ਇਸ ਟਾਈਮ ਦੇ ਵਿੱਚ ਕੀ ਆਪਣੇ ਕੋਲ ਸਪਾਰਕ ਪ੍ਰੋਡਿਊਸ ਹੋਈ ਆ, ਉਹ ਮੇਰੇ ਕੋਲ ਕੀ ਹੋ ਗਿਆ ਆਰਕਿੰਗ ਟਾਈਮ ਹੋ ਗਿਆ, ਜਾਂ ਜਿਹੜੇ ਟਾਈਮ 'ਚ ਆਰਕ ਪ੍ਰੋਡਿਊਸ ਹੋ ਗਿਆ ਆਰਕਿੰਗ ਟਾਈਮ। ਬਟ ਹੁੰਦਾ ਕਦੋਂ ਆ ਇਹ ਟਾਈਮ? ਪ੍ਰੀ ਆਰਕਿੰਗ ਟਾਈਮ ਤੋਂ ਬਾਅਦ ਅਤੇ ਕਰੰਟ ਦੇ ਜ਼ੀਰੋ ਹੋਣ ਤੋਂ ਪਹਿਲਾਂ, ਪ੍ਰੀ ਆਰਕਿੰਗ ਟਾਈਮ ਤੋਂ ਬਾਅਦ ਅਤੇ ਕਰੰਟ ਦੇ ਜ਼ੀਰੋ ਹੋਣ ਤੋਂ ਜਾਂ ਆਰਕ ਦੇ ਖਤਮ ਹੋਣ ਤੋਂ ਪਹਿਲਾਂ ਦਾ ਟਾਈਮ ਜਿਹੜਾ ਇਹ ਹੋ ਗਿਆ ਆਰਕਿੰਗ ਟਾਈਮ। ਨੈਕਸਟ ਹੈਗਾ ਟੋਟਲ ਆਪਰੇਟਿੰਗ ਟਾਈਮ। ਸੋ ਪ੍ਰੀ ਆਰਕਿੰਗ ਟਾਈਮ ਪਲੱਸ ਆਰਕਿੰਗ ਟਾਈਮ, ਇਹ ਟੋਟਲ ਜਦੋਂ ਆਪਾਂ ਕਰਾਂਗੇ ਟੋਟਲ ਆਪਰੇਟਿੰਗ ਟਾਈਮ ਆਣਾ, ਠੀਕ ਆ। ਆਰਕਿੰਗ ਦਾ ਮਤਲਬ ਸਪਾਰਕ ਹੁੰਦਾ, ਇਹਦਾ ਪਤਾ ਹੀ ਹੋਣਾ ਤੁਹਾਨੂੰ। ਸੋ ਜਦੋਂ ਕੰਟੈਕਟ ਲੱਗ ਹੋਣੀ ਉਦੋਂ ਆਰਕ ਪ੍ਰੋਡਿਊਸ ਹੋਣੀ ਆ। ਪ੍ਰੀ ਆਰਕਿੰਗ ਟਾਈਮ ਕੀ ਆ? ਜਦੋਂ ਫਿਊਜ਼ ਹੀਟ ਅਪ ਹੀ ਹੋ ਰਿਹਾ ਆ, ਪੂਰੀ ਤਰ੍ਹਾਂ ਮੈਲਟ ਨਹੀਂ ਹੋਇਆ, ਕੱਟ ਆਫ ਕਰੰਟ 'ਤੇ ਜਾ ਕੇ ਨੇ ਪੂਰੀ ਤਰ੍ਹਾਂ ਮੈਲਟ ਹੋ ਜਾਣਾ। ਓਕੇ, ਸੋ ਟੋਟਲ ਆਪਰੇਟਿੰਗ ਟਾਈਮ ਕੀ ਆ? ਸਮ ਆਫ ਪ੍ਰੀ ਆਰਕਿੰਗ ਟਾਈਮ ਐਂਡ ਆਰਕਿੰਗ ਟਾਈਮ। ਨੈਕਸਟ ਹੈਗਾ ਬ੍ਰੇਕਿੰਗ ਕਪੈਸਿਟੀ। ਬ੍ਰੇਕਿੰਗ ਕਪੈਸਿਟੀ ਦੇਖੋ ਤੁਸੀਂ ਉਹਦੇ ਵਿੱਚ ਆਪਣੇ ਸਰਕਟ ਬ੍ਰੇਕਰ ਦੇ ਵਿੱਚ ਵੀ ਸਟੱਡੀ ਕੀਤੀ ਆ ਕਿ ਕਿਸ RMS ਵੈਲਿਊ 'ਤੇ ਜਾ ਕੇ ਜਿਹੜਾ ਮੇਰਾ ਬ੍ਰੇਕਰ ਜਾਂ ਫਿਰ ਜਿਹੜਾ ਮੇਰਾ ਫਿਊਜ਼ ਹੁੰਦਾ ਉਹ ਪੂਰੀ ਤਰ੍ਹਾਂ ਨਾਲ ਜਿਹੜਾ ਆ ਮੈਲਟ ਹੋ ਜਾਂਦਾ ਆ, ਠੀਕ ਆ। ਉਹ ਹੁੰਦੀ ਆ ਮੇਰੇ ਕੋਲ ਬ੍ਰੇਕਿੰਗ ਕਪੈਸਿਟੀ, ਠੀਕ ਆ। ਸੋ ਰੇਟਡ ਸਰਵਿਸ ਵੋਲਟੇਜ ਦੇ ਉੱਪਰ ਕੀ ਆ? ਰੇਟਡ ਸਰ ਮੰਨ ਲਓ 240 ਜਾਂ 440 ਆ, ਉਸ ਰੇਟਡ ਵੋਲਟੇਜ 'ਤੇ ਹੀ ਕਿੰਨੇ ਕਰੰਟ 'ਤੇ ਜਾ ਕੇ ਜਿਹੜਾ ਮੇਰਾ ਫਿਊਜ਼ ਜਾਂ ਸਰਕਟ ਬ੍ਰੇਕਰ ਆ ਉਹ ਓਪਨ ਹੁੰਦਾ ਆ, ਜਾਂ ਸਰਕਟ ਜਿਹੜਾ ਟੁੱਟ ਜਾਂਦਾ ਜਾਂ ਫਿਊਜ਼ ਮੈਲਟ ਹੋ ਜਾਂਦਾ, ਉਹ ਮੇਰੇ ਕੋਲ ਹੁੰਦੀ ਆ ਬ੍ਰੇਕਿੰਗ ਕਪੈਸਿਟੀ ਹੁੰਦੀ ਹੈ। ਇਹ ਆਪਾਂ ਸਰਕਟ ਬ੍ਰੇਕਰ ਦੇ ਵਿੱਚ ਵੀ ਸਟੱਡੀ ਕੀਤੀ ਸੀਗੀ ਬ੍ਰੇਕਿੰਗ ਕਪੈਸਿਟੀ। ਉੱਥੇ ਮੇਕਿੰਗ ਕਪੈਸਿਟੀ ਵਿੱਚ ਮੇਕਿੰਗ ਕਪੈਸਿਟੀ ਕੋਈ ਨਹੀਂ ਹੋਣੀ, ਕਿਉਂਕਿ ਇਹਦਾ ਫਿਊਜ਼ ਆ ਨਾ, ਇਹਦਾ ਇੱਕ ਵਾਰ ਜਦੋਂ ਆਪਰੇਟ ਕੀਤਾ ਇਹਨੇ ਨਾਲ ਹੀ ਮੈਲਟ ਹੋ ਜਾਣਾ, ਇਸ ਕਰਕੇ ਇਹਦੀ ਮੇਕਿੰਗ ਕਪੈਸਿਟੀ ਜਾਂ ਸ਼ਾਰਟ ਟਾਈਮ ਕਪੈਸਿਟੀ ਕੋਈ ਨਹੀਂ ਹੁੰਦੀ ਇਹਦੀ ਬ੍ਰੇਕਿੰਗ ਕਪੈਸਿਟੀ ਜ਼ਰੂਰ ਹੁੰਦੀ ਹੈ। ਯਾਦ ਰੱਖਿਓ, ਸ਼ਾਰਟ ਟਾਈਮ ਕਪੈਸਿਟੀ ਜਾਂ ਮੇਕਿੰਗ ਕਪੈਸਿਟੀ ਜਿਹੜੀ ਸਰਕਟ ਬ੍ਰੇਕਰ 'ਚ ਹੁੰਦੀ ਉਹ ਇਹ 'ਚ ਬਿਲਕੁਲ ਨਹੀਂ ਹੁੰਦੀ। ਓਕੇ, ਸੋ ਇਹ ਬਹੁਤ ਇੰਪੋਰਟੈਂਟ ਆ ਜਿਹੜੀਆਂ ਰੇਟਿੰਗਸ ਇਹਦੀਆਂ ਹੈਗੀਆਂ, ਇਹਨੂੰ ਵੀ ਤੁਸੀਂ ਨੋਟ ਕਰ ਲਿਓ। ਸੋ ਮੇਨ ਆਪਾਂ 9 ਇਹਦੀਆਂ ਕੀਤੀਆਂ, ਜਿਹੜੀਆਂ ਰੇਟਿੰਗਸ ਕੀਤੀਆਂ ਜਾਂ ਇੰਪੋਰਟੈਂਟ ਟਰਮਸ ਕੀਤੀਆਂ। ਸਭ ਤੋਂ ਪਹਿਲਾਂ ਕਰੰਟ ਰੇਟਿੰਗ ਕੀਤੀ ਆ ਵੀ ਕਿੰਨੀ ਰੇਟਿੰਗ ਨਾਰਮਲ ਕਰੰਟ ਦੀ ਮੇਰੇ ਕੋਲ ਜਿਹੜੀ ਆ ਇਹ ਬਿਨਾਂ ਟੁੱਟੇ ਕੈਰੀ ਕਰ ਸਕਦਾ, ਯਾਨੀ ਕਿ ਬਿਨਾਂ ਫਿਊਜ਼ ਮੈਲਟ ਕੀਤੇ ਕਿੰਨਾ ਕਰੰਟ ਕੈਰੀ ਕਰ ਸਕਦਾ ਫਿਊਜ਼ ਮੇਰਾ, ਉਹ ਕਰੰਟ ਰੇਟਿੰਗ ਹੋ ਗਈ। ਫਿਊਜ਼ਿੰਗ ਕਰੰਟ ਕੀ ਆ? ਜਿਸ ਕਰੰਟ ਦੀ ਵੈਲਿਊ 'ਤੇ ਜਾ ਕੇ ਫਿਊਜ਼ ਮੇਰਾ ਮੈਲਟ ਹੋ ਗਿਆ ਉਹ ਹੋ ਗਿਆ ਫਿਊਜ਼ਿੰਗ ਕਰੰਟ। ਫਿਊਜ਼ਿੰਗ ਫੈਕਟਰ ਕੀ ਹੋ ਗਿਆ? ਆ ਜਿਹੜੇ ਉੱਪਰ ਵਾਲੇ ਦੋ ਆ ਇਹਨਾਂ ਦੀ ਰੇਸ਼ੋ, ਠੀਕ ਆ, ਯਾਨੀ ਕਿ ਫਿਊਜ਼ਿੰਗ ਕਰੰਟ ਡਿਵਾਈਡਡ ਬਾਈ ਕਰੰਟ ਰੇਟਿੰਗ ਆਫ ਫਿਊਜ਼, ਠੀਕ ਆ। ਫਿਊਜ਼ਿੰਗ ਕਰੰਟ ਡਿਵਾਈਡਡ ਬਾਈ ਕਰੰਟ ਰੇਟਿੰਗ ਆਫ ਫਿਊਜ਼, ਅਤੇ ਇਹਦੀ ਵੈਲਿਊ ਹਮੇਸ਼ਾ 1 ਤੋਂ ਜ਼ਿਆਦਾ ਹੋਣੀ। ਕਿਉਂ ਜ਼ਿਆਦਾ ਹੋਣੀ? ਕਿਉਂਕਿ ਕਰੰਟ ਰੇਟਿੰਗ ਘੱਟ ਹੁੰਦੀ ਆ, ਫਿਊਜ਼ਿੰਗ ਕਰੰਟ ਜ਼ਿਆਦਾ ਹੁੰਦਾ, ਯਾਨੀ ਕਿ ਚੱਲਦੇ ਸਰਕਟ ਦਾ ਕਰੰਟ ਘੱਟ ਹੁੰਦਾ, ਬਟ ਜਦੋਂ ਸ਼ਾਰਟ ਸਰਕਟ ਆ ਜਾਂਦਾ ਜਾਂ ਫਿਊਜ਼ਿੰਗ ਕਰੰਟ ਦੀ ਵੈਲਿਊ ਆ ਜਾਂਦੀ ਉਦੋਂ ਕਰੰਟ ਦੀ ਵੈਲਿਊ ਜ਼ਿਆਦਾ ਹੋ ਜਾਂਦੀ ਨਾ, ਇਸ ਕਰਕੇ ਇਹਦੀ ਵੈਲਿਊ ਹਮੇਸ਼ਾ 1 ਤੋਂ ਜ਼ਿਆਦਾ ਹੋਣੀ ਹੈ। ਐਗਜ਼ਾਮਪਲ ਆਪਣੇ ਮਾਈਂਡ 'ਚ ਰੱਖ ਲਿਓ, ਕਰੰਟ ਰੇਟਿੰਗ ਮੰਨ ਲਓ 10 ਆ ਤਾਂ ਓਬਵੀਅਸਲੀ ਗੱਲ ਆ 10 ਤੋਂ ਵੱਧ ਹੀ ਹੋਊਗੀ ਫਿਊਜ਼ਿੰਗ ਕਰੰਟ ਦੀ ਵੈਲਿਊ। ਸੋ ਜੇ ਉੱਪਰ ਵਾਲੀ ਵੈਲਿਊ ਵੱਡੀ ਹੋ ਜਾਵੇ ਤਾਂ ਵੈਲਿਊ ਜਿਹੜੀ ਓਵਰਆਲ ਰਿਜ਼ਲਟ ਆਉਂਦਾ ਹੁੰਦਾ ਉਹ 1 ਤੋਂ ਵੱਧ ਆਉਂਦਾ ਹੁੰਦਾ। ਉਸ ਤੋਂ ਬਾਅਦ ਪ੍ਰਸਪੈਕਟਿਵ ਕਰੰਟ ਆ, ਜਿਹੜੀ ਫਸਟ ਲੂਪ ਆਈ ਹੈ ਸ਼ਾਰਟ ਸਰਕਟ ਕਰੰਟ ਦੀ RMS ਵੈਲਿਊ ਜਾਂ ਜਿਹੜੀ ਇਹਦੀ, ਠੀਕ ਆ, ਫਸਟ ਲੂਪ ਦੀ ਫਾਲਟ ਕਰੰਟ ਜਿਹੜਾ ਮੇਰੇ ਕੋਲ ਆਇਆ ਹੈ ਇਹਦੀ ਲੂਪ ਦੀ ਜਿਹੜੀ ਫਸਟ ਵੈਲਿਊ ਹੈਗੀ ਆ RMS ਵੈਲਿਊ ਹੈਗੀ ਆ ਫਸਟ ਲੂਪ ਦੀ, ਉਹ ਹੁੰਦੀ ਆ ਕੀ ਹੁੰਦੀ? ਪ੍ਰਸਪੈਕਟਿਵ ਕਰੰਟ। ਸੋ ਫਸਟ ਲੂਪ ਆ ਅਸਮੈਟਿਕਲ ਕਰੰਟ ਆ, ਇੱਥੇ ਤੱਕ ਕੀ ਹੋ ਗਿਆ ਮੇਰੀ ਇਹਦੀ ਪ੍ਰਸਪੈਕਟਿਵ ਕਰੰਟ ਹੋ ਗਿਆ ਇਹ, ਠੀਕ ਆ, ਪ੍ਰਸਪੈਕਟਿਵ ਕਰੰਟ ਹੋ ਗਿਆ ਇਹਦਾ ਆਹ ਵਾਲੀ ਵੈਲਿਊ। ਨੈਕਸਟ ਹੈ ਕੱਟ ਆਫ ਕਰੰਟ, ਉਹ ਵੈਲਿਊ ਜਿੱਥੇ ਆ ਕੇ ਫਿਊਜ਼ ਮੇਰਾ ਪੂਰੀ ਤਰ੍ਹਾਂ ਨਾਲ ਮੈਲਟ ਹੋ ਜਾਂਦਾ ਅਤੇ ਸਰਕਟ ਜਿਹੜਾ ਟੁੱਟ ਜਾਂਦਾ ਆ ਆਪਣਾ ਸਰਕਟ ਜਿਹੜਾ ਕਹਿ ਲਓ ਓਪਨ ਹੋ ਜਾਂਦਾ ਆ, ਠੀਕ ਹੈ, ਕਿਉਂਕਿ ਫਿਊਜ਼ ਮੈਲਟ ਹੋ ਗਿਆ ਸਰਕਟ ਓਪਨ ਹੋਣਾ। ਸੋ ਇਸ ਵੈਲਿਊ 'ਤੇ ਜਿਹੜਾ ਆ ਫਿਊਜ਼ ਮੈਲਟ ਹੋਣਾ ਸਰਕਟ ਓਪਨ ਹੋਣਾ, ਇਹ ਹੋ ਗਿਆ ਮੇਰਾ ਕੱਟ ਆਫ ਕਰੰਟ। ਪ੍ਰੀ ਆਰਕਿੰਗ ਪੀਰੀਅਡ ਤੁਹਾਨੂੰ ਪਤਾ ਹੀ ਆ, ਪ੍ਰੀ ਆਰਕਿੰਗ ਪੀਰੀਅਡ ਆਰਕਿੰਗ ਪੀਰੀਅਡ ਆ, ਠੀਕ ਆ। ਆਰਕ ਨਹੀਂ ਪ੍ਰੋਡਿਊਸ ਹੋਈ ਜਦੋਂ ਉਸ ਤੋਂ ਪਹਿਲਾਂ ਦਾ ਪੀਰੀਅਡ ਜਿਹੜਾ, ਯਾਨੀ ਕਿ ਜਦੋਂ ਫਿਊਜ਼ ਜਿਹੜਾ ਗਰਮ ਹੋਣਾ ਸਟਾਰਟ ਹੋਇਆ, ਯਾਨੀ ਕਿ ਫਿਊਜ਼ਿੰਗ ਕਰੰਟ ਤੋਂ ਲੈ ਕੇ ਕੱਟ ਆਫ ਕਰੰਟ ਤੱਕ ਦਾ ਜਿਹੜਾ ਟਾਈਮ ਆ,
ਫਿਊਜ਼ਿੰਗ ਕਰੰਟ ਤੋਂ ਲੈ ਕੇ ਕਟ ਆਫ ਕਰੰਟ ਤੱਕ ਦਾ ਜਿਹੜਾ ਟਾਈਮ ਆ ਉਹ ਟਾਈਮ 'ਚ ਫਿਊਜ਼ ਹੀਟ ਅਪ ਹੁੰਦਾ, ਉਹ ਪ੍ਰੀ ਆਰਕਿੰਗ ਟਾਈਮ ਆ। ਜਦੋਂ ਫਿਊਜ਼ ਕਟ ਆਫ ਕਰੰਟ ਆ ਗਿਆ, ਫਿਊਜ਼ ਮੈਲਟ ਹੋ ਗਿਆ, ਉਸ ਤੋਂ ਬਾਅਦ ਆਰਕ ਪ੍ਰੋਡਿਊਸ ਹੁੰਦੀ ਆ, ਅਤੇ ਉਹ ਜਿਹੜਾ ਟਾਈਮ ਹੁੰਦਾ ਉਹ ਆਰਕਿੰਗ ਟਾਈਮ ਹੁੰਦਾ। ਸੋ ਆਰਕਿੰਗ ਟਾਈਮ ਕੀ ਹੁੰਦਾ? ਪ੍ਰੀ ਆਰਕਿੰਗ ਟਾਈਮ ਦਾ ਐਂਡ, ਅਤੇ ਆਰਕ ਫਿਨਿਸ਼ ਜਾਂ ਜਦੋਂ ਕਰੰਟ ਜ਼ੀਰੋ ਹੋ ਗਿਆ ਜਾਂ ਖਤਮ ਹੋ ਗਿਆ ਫਾਲਟ ਕਰੰਟ, ਉਹ ਜਿਹੜਾ ਟਾਈਮ ਆ ਉਹ ਹੁੰਦਾ ਆਰਕਿੰਗ ਪੀਰੀਅਡ। ਠੀਕ ਹੈ, ਟੋਟਲ ਆਪਰੇਟਿੰਗ ਟਾਈਮ ਇਹਨਾਂ ਦੋਨਾਂ ਦਾ ਸਮ ਹੋ ਗਿਆ, ਅਤੇ ਬ੍ਰੇਕਿੰਗ ਕੈਪੈਸਿਟੀ RMS ਵੈਲਿਊ ਇੱਕ ਪਰਟੀਕੂਲਰ ਵੋਲਟੇਜ ਅਤੇ ਕਰੰਟ ਦੀ, ਜਿੱਥੇ ਜਾ ਕੇ ਮੇਰਾ ਫਿਊਜ਼ ਜਿਹੜਾ ਮੈਲਟ ਹੁੰਦਾ, ਬ੍ਰੇਕਿੰਗ ਕੈਪੈਸਿਟੀ ਹੋ ਗਈ ਉਹਦੀ। ਓਕੇ, ਸੋ ਇਹ ਆਪਣਾ ਅੱਜ ਦਾ ਟੌਪਿਕ ਸੀਗਾ ਫਿਊਜ਼ ਸਟੱਡੀ। ਆਪਾਂ ਇਹਨੂੰ ਕਰ ਲਿਆ ਆ ਮੇਨ। ਸੋ ਅਗਲੀ ਵਾਰ ਆਪਾਂ ਕਰਾਂਗੇ ਜਿਹੜਾ ਇਹਦਾ HRC ਫਿਊਜ਼ ਹੈ ਨਾ, ਉਹਦੇ ਬਾਰੇ ਆਪਾਂ ਸਟੱਡੀ ਕਰਾਂਗੇ। ਉਹ ਵੀ ਬਹੁਤ ਇੰਪੋਰਟੈਂਟ ਟਾਈਪ ਆ, ਐਗਜ਼ਾਮ 'ਚ ਵੀ ਕਾਫੀ ਵਾਰ ਕੁਐਸਚਨ ਆ ਰਿਪੀਟ ਹੋ ਜਾਂਦਾ। ਬਟ ਜਨਰਲ ਨੌਲੇਜ ਦੀਆਂ ਚੀਜ਼ਾਂ ਇਹਦਾ ਬਾਰੇ ਤੁਹਾਨੂੰ ਨੋਰਮਲ ਲਾਈਫ ਦੇ ਵਿੱਚ ਵੀ ਪਤਾ ਹੋਣਾ ਚਾਹੀਦਾ ਕਿ ਫਿਊਜ਼ ਜਿਹੜਾ ਹੁੰਦਾ ਆ ਉਹਦੀਆਂ ਕੀ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ ਆ, ਫਿਊਜ਼ ਕਿੱਦਾਂ ਕੰਮ ਕਰਦਾ ਆ, ਸੀਰੀਜ਼ ਚਲਾਉਂਦਾ ਕਿ ਪੈਰਲ ਚਲਾਉਂਦਾ। ਯਾਦ ਰੱਖਿਓ ਫਿਊਜ਼ ਹੋ ਗਿਆ ਜਾਂ MCB ਹੋ ਗਿਆ, ਇਹ ਹਮੇਸ਼ਾ ਸਾਰੇ ਸੀਰੀਜ਼ ਦੇ ਵਿੱਚ ਹੀ ਲਾਉਂਦੇ ਆ, ਪੈਰਲ 'ਚ ਨਹੀਂ ਲਾਉਂਦਾ ਕੋਈ। ਠੀਕ ਆ, ਸੋ ਇਹ ਅੱਜ ਦਾ ਟੌਪਿਕ ਸੀ ਆਪਣਾ। ਬਾਕੀ ਨੈਕਸਟ ਲੈਕਚਰ 'ਚ ਆਪਾਂ HRC ਫਿਊਜ਼ ਕਰਾਂਗੇ। ਥੈਂਕ ਯੂ।